ਕਹਿੰਦੇ ਰਾਜਾ ਵੜਿੰਗ ਤਾਂ ਉੱਥੋਂ ਛੱਡ ਕੇ ਜਿਹੜਾ ਹੈ ਗਿੱਦੜਵਾ ਹਲਕਾ ਤੇ ਉਹ ਤਾਂ ਹੋਰ ਕਿਸੇ ਹਲਕੇ ਦੇ ਵਿੱਚ ਭੱਜਣ ਦੀ ਤਿਆਰੀ ਕਰ ਰਿਹਾ। ਸ੍ਰੀ ਮੁਕਤਸਰ ਸਾਹਿਬ ਜਾ ਰਿਹਾ। ਉਹ ਤਾਂ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੀ ਨਹੀਂ ਹੁੰਦਾ, ਉਹ ਉੱਥੇ ਆ ਹੀ ਨਹੀਂ ਰਿਹਾ। ਉਹ ਉੱਥੋਂ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਚੜ੍ਹਤ ਵੇਖ ਕੇ ਉੱਥੋਂ ਘਬਰਾ ਕੇ ਜੀ ਮੁਕਤਸਰ ਸਾਹਿਬ ਵਾਲੇ ਪਾਸੇ ਨੂੰ ਦੌੜ ਗਿਆ। ਉਹ ਹੁਣ ਘਬਰਾਹਟ ਮੰਨ ਗਏ ਜੀ। ਫਿਰ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ, ਉਹਨਾਂ ਦੀਆਂ ਐਕਟੀਵਿਟੀਆਂ ਵੇਖ ਲਓ। ਪ੍ਰਧਾਨ ਜਦੋਂ ਆਪਦੇ ਹਲਕੇ 'ਚ ਹੀ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਤਾਂ ਉਹ ਫਿਰ ਲੋਕਾਂ ਨਾਲ ਕੀ ਵਾਅਦਾ ਕਰੂਗਾ ਜੀ। ਪਿੰਡਾਂ ਦੇ ਵਿੱਚ ਭਾਜਪਾ ਦੀ ਜੋ ਇਸ ਵੇਲੇ ਐਂਟਰੀ ਹੈ ਉਹ ਸ਼ਾਇਦ ਕਈ ਥਾਵਾਂ ਦੇ ਉੱਤੇ ਅਜੇ ਵੀ ਮੈਨੂੰ ਲੱਗਦਾ ਔਖੀ ਹੋਈ ਹੈ। ਜਿਹੜੀ ਇੱਕ ਧਾਰਨਾ ਕਿਸਾਨੀ ਅੰਦੋਲਨ ਵੇਲੇ ਬਣੀ ਹੋਈ ਸੀ ਕਿ ਉਸ ਤੋਂ ਜਮੀ ਉਲਟ ਹੋ ਗਿਆ ਇਸ ਵੇਲੇ। ਅਸੀਂ ਲੇਟ ਹੋਏ ਹਾਂ, ਮੈਨੂੰ ਇਹ ਮਹਿਸੂਸ ਹੋਇਆ ਪਿੰਡਾਂ ਦੇ ਵਿੱਚ ਤਾਂ ਉਹਨਾਂ ਨੇ ਬੜਾ ਸਾਡਾ ਇਸਤਕਬਾਲ ਕੀਤਾ, ਜੀ ਆਇਆਂ ਕਿਹਾ ਕਿ ਆਓ ਜੀ ਆਇਆਂ ਨੂੰ, ਅਸੀਂ ਤਾਂ ਤੁਹਾਨੂੰ ਬੀਜੇਪੀ ਨੂੰ ਉਡੀਕ ਰਹੇ ਹਾਂ। ਭਾਜਪਾ ਪੰਜਾਬ ਦੇ ਵਿੱਚ ਇੱਕ ਮੁੱਠ ਹੈਗੀ ਕਿੰਨੀਆਂ ਸੀਟਾਂ ਲੈ ਕੇ ਜਾ ਰਹੇ ਹੋ 24 ਤੁਸੀਂ? ਤੁਹਾਡੇ ਸਾਹਮਣੇ ਕਲੀਨ ਸਵੀਪ ਹੋਣਾ ਜੀ। ਲੋਕਾਂ ਨੇ ਤਾਂ ਮਨ ਬਣਾਇਆ ਹੋਇਆ। ਲੋਕ ਹੁਣ ਵੇਖਣਾ ਚਾਹੁੰਦੇ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੀਜੀ ਵਾਰੀ ਬੜੇ ਵੱਡੇ ਮਾਰਜਨ ਨਾਲ ਜਿੱਤ ਕੇ ਆਉਣਗੇ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ ਵੱਖਰੇ ਸ਼ਸ਼ੋਪੰਜ ਦੇ ਵਿੱਚ ਪਏ ਹੋਏ ਨੇ, ਕਿਉਂਕਿ ਅਜੇ ਸਿਆਸੀ ਤਸਵੀਰ ਸਾਫ਼ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ। ਇੱਕ ਪਾਸੇ ਇੰਡੀਆ ਗੱਠਜੋੜ ਦੀਆਂ ਚਰਚਾਵਾਂ ਨੇ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਪੰਜਾਬ ਦੇ ਲੀਡਰ ਕਹਿੰਦੇ ਨੇ ਕਿ ਅਸੀਂ ਅਲਾਇੰਸ ਨਹੀਂ ਕਰਨਾ, ਅਸੀਂ ਆਪਣੇ ਦਮ ਦੇ ਉੱਤੇ ਚੋਣ ਲੜਨੀ ਹੈ। ਔਰ ਦੂਸਰੇ ਪਾਸੇ ਜਦੋਂ ਗੱਲ ਹੁੰਦੀ ਹੈ ਅਕਾਲੀ ਦਲ ਤੇ ਭਾਜਪਾ ਦੀ ਤਾਂ ਉਸ ਨੂੰ ਲੈ ਕੇ ਵੀ ਵੱਖੋ-ਵੱਖ ਕਨਸੂਆਂ ਲਾਈਆਂ ਜਾਂਦੀਆਂ ਨੇ ਕਿ ਆਪਸ ਦੇ ਵਿੱਚ ਨਹੁੰ ਮਾਸ ਦਾ ਰਿਸ਼ਤਾ ਇੱਕ ਵਾਰ ਫੇਰ ਤੋਂ ਜੁੜੂਗਾ ਜਾਂ ਫਿਰ ਇਕੱਲਿਆਂ ਹੀ ਚੋਣ ਲੜੀ ਜਾਊਗੀ। ਜੇ ਇਕੱਲਿਆਂ ਚੋਣ ਲੜੀ ਜਾਊਗੀ ਤਾਂ ਭਾਜਪਾ ਦਾ ਇਸ ਵੇਲੇ ਵਜੂਦ ਕੀ ਨਜ਼ਰ ਆ ਰਿਹਾ ਹੈ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਹਲਕਾ ਗਿੱਦੜਬਾਹਾ ਤੋਂ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਦਿੱਤੀ ਹੈ ਹਲਕੇ ਦੀ, ਰਮਨਦੀਪ ਸਿੰਘ ਭੰਗਚੜੀ ਹੋਣੀ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਜੀ। ਜਿਵੇਂ ਮੈਂ ਜ਼ਿਕਰ ਕੀਤਾ ਪੰਜਾਬ ਦੇ ਲੋਕ ਤਾਂ ਸ਼ਸ਼ੋਪੰਜ ਦੇ ਵਿੱਚ ਨੇ, ਭਾਵੇਂ ਭਾਰਤ ਦੀ ਆਪਾਂ ਗੱਲ ਕਰ ਲਈਏ, ਹਿੰਦੁਸਤਾਨ ਦੀ, ਇੰਡੀਆ ਦੀ ਗੱਲ ਕਰ ਲਈਏ ਕਿ ਲੋਕਾਂ ਨੂੰ ਪਤਾ ਚੱਲ ਗਿਆ ਕਿ ਇੱਕ ਪਾਸੇ ਦਾ ਇੰਡੀਆ ਅਲਾਇੰਸ ਹੋਣਾ ਔਰ ਦੂਸਰੇ ਪਾਸੇ ਬੀਜੇਪੀ ਹੈ ਜੀ। ਪਰ ਪੰਜਾਬ 'ਚ ਅਜੇ ਕਨਫਿਊਜ਼ਨ ਹੈ, ਕੋਈ ਤਸਵੀਰ ਸਾਫ਼ ਨਹੀਂ ਹੋ ਰਹੀ। ਭਾਜਪਾ ਦੀ ਇਸ ਵੇਲੇ ਤੁਹਾਨੂੰ ਕੀ ਤਸਵੀਰ ਪੰਜਾਬ 'ਚ ਨਜ਼ਰ ਆ ਰਹੀ ਹੈ? ਵੇਖੋ, ਮੈਂ ਹੁਣ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਘੁੰਮਦੇ ਹਾਂ, ਅਸੀਂ ਦੇਖਿਆ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਜਿਹੜਾ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਵੱਲੋਂ ਇਹ ਕੀਤਾ ਗਿਆ ਹੈ, ਤਾਂ ਅਸੀਂ ਉਸ ਪ੍ਰੋਗਰਾਮ ਨੂੰ ਲੈ ਕੇ ਇੱਕ ਘਰ ਘਰ ਦੇ ਵਿੱਚੋਂ ਸੁਤੰਤਰਤਾ ਸੰਗਰਾਮੀਆਂ ਤੋਂ ਜਿਹੜੇ ਬਾਕੀ ਸ਼ਹੀਦ ਹੈਗੇ ਆ ਉਹਨਾਂ ਦੇ ਘਰਾਂ ਤੋਂ ਮਿੱਟੀ ਇਕੱਠੀ ਕੀਤੀ ਹੈ ਜੀ। ਤੇ ਲੋਕਾਂ ਨੇ ਸਾਡਾ ਬੜੇ ਉਤਸ਼ਾਹ ਤੇ ਉਮਾਦ ਦੇ ਨਾਲ ਬੜਾ ਜੋਸ਼ ਨਾਲ ਸਵਾਗਤ ਕੀਤਾ, ਕਿਉਂਕਿ ਅਸੀਂ ਉਹਨਾਂ ਦੀਆਂ ਅੱਖਾਂ ਵਿੱਚ ਉਹਨਾਂ ਦੇ ਚਿਹਰਿਆਂ ਦੀ ਰੌਣਕ ਨੂੰ ਅਸੀਂ ਵੇਖਦੇ ਸੀਗੇ ਕਿ ਕਿਸੇ ਮਤਲਬ ਅਸੀਂ ਲੇਟ ਹੋਏ ਆ। ਮੈਨੂੰ ਇਹ ਮਹਿਸੂਸ ਹੋਇਆ ਪਿੰਡਾਂ ਦੇ ਵਿੱਚ ਜਾਣ, ਤਾਂ ਉਹਨਾਂ ਨੇ ਬੜਾ ਸਾਡਾ ਇਸਤਕਬਾਲ ਕੀਤਾ, ਜੀ ਆਇਆਂ ਕਿਹਾ ਕਿ ਆਓ ਜੀ ਆਇਆਂ ਨੂੰ, ਅਸੀਂ ਤਾਂ ਤੁਹਾਨੂੰ ਬੀਜੇਪੀ ਨੂੰ ਉਡੀਕ ਰਹੇ ਹਾਂ। ਇਹ ਤੁਹਾਡਾ ਸਵਾਗਤ ਸੀਗਾ ਜਾਂ ਬੀਜੇਪੀ ਦਾ ਸਵਾਗਤ ਸੀ? ਨਹੀਂ, ਇਹ ਬੀਜੇਪੀ ਦਾ ਸਵਾਗਤ ਸੀ, ਇਹ ਮੇਰਾ ਸਵਾਗਤ ਨਹੀਂ ਸੀਗਾ, ਕਿਉਂਕਿ ਇਹ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦੀਆਂ ਜਿਹੜੀਆਂ ਲੋਕ ਹਿੱਤੂ ਸਕੀਮਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ। ਤੇ ਵੇਖੋ ਤੁਸੀਂ, ਗਵਰਨਮੈਂਟ ਨੂੰ 9-9.5 ਸਾਲ ਦਾ ਸਮਾਂ ਹੋ ਚੱਲਿਆ ਤੇ ਕੋਈ ਕਰਪਸ਼ਨ ਕਦੇ ਸਾਫ਼ ਸਾਹਮਣੇ ਆਇਆ? ਕਦੇ ਤੁਸੀਂ ਵੇਖਿਆ ਕਿ ਕਿਤੇ ਆ ਜਿਹੜੇ ਘੁਟਾਲੇ ਪਹਿਲਾਂ ਵੱਡੇ ਹੁੰਦੇ ਸੀ ਪਿਛਲੀਆਂ ਸਰਕਾਰਾਂ, ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਕਿਵੇਂ ਮਿਨਿਸਟਰ ਜਿਹੜੇ ਸੀਗੇ ਉਹ ਘੁਟਾਲੇ ਕਰਦੇ ਸੀ, ਤੇ ਕਦੇ ਉਹ ਕੋਈ ਚੀਜ਼ ਸਾਹਮਣੇ ਨਹੀਂ ਆਈ। ਪਰ ਤੁਹਾਡੇ ਤੇ ਇਲਜ਼ਾਮ ਤਾਂ ਹੀ ਲੱਗਦੇ ਨੇ ਨਾ ਕਿ ਇਹ ਬੀਜੇਪੀ ਪਾਰਟੀ ਸਿਰਫ ਦੋ ਬੰਦਿਆਂ ਦੀ ਪਾਰਟੀ ਹੈ, ਕਹਿੰਦੇ ਅਡਾਨੀ ਤੇ ਅੰਬਾਨੀ। ਇਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਚੀਜ਼ਾਂ ਕਹਿੰਦੇ ਉਸ ਦਾ ਨਿੱਜੀਕਰਨ ਕਰਦੇ ਹੋਏ ਨਜ਼ਰ ਆਉਂਦੇ ਨੇ, ਉਹਨਾਂ ਚੀਜ਼ਾਂ ਨੂੰ ਵੇਚਦੇ ਹੋਏ ਨਜ਼ਰ ਆਉਂਦੇ ਨੇ। ਇਹ ਪਰਸੈਪਸ਼ਨ ਇੰਡੀਆ ਲੈਵਲ ਦੇ ਉੱਤੇ ਹੈ, ਪਰ ਆਪਾਂ ਪੰਜਾਬ ਦੇ ਉੱਤੇ ਜਦੋਂ ਆਉਂਦੇ ਹਾਂ ਤਾਂ ਪੰਜਾਬ ਦੇ ਵਿੱਚ ਤਸਵੀਰ ਵੱਖਰੀ ਹੈ। ਪਿੰਡਾਂ ਦੇ ਵਿੱਚ ਭਾਜਪਾ ਦੀ ਜੋ ਇਸ ਵੇਲੇ ਐਂਟਰੀ ਹੈ ਉਹ ਸ਼ਾਇਦ ਕਈ ਥਾਵਾਂ ਦੇ ਉੱਤੇ ਅਜੇ ਵੀ ਮੈਨੂੰ ਲੱਗਦਾ ਔਖੀ ਹੋਈ ਹੈ। ਨਹੀਂ, ਕੋਈ ਔਖੀ ਨਹੀਂ। ਇਹ ਗੱਲ ਕਹਿਣ ਕਹਾਉਣ ਦੀ ਹੈ ਤੇ ਵਿਰੋਧੀਆਂ ਦੁਆਰਾ ਗਲਤ ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ। ਇਹੋ ਜੀ ਕੋਈ ਗੱਲ ਹੀ ਨਹੀਂ ਹੈਗੀ। ਮੈਂ ਸਮਝਦਾ ਕਿ ਜਿਹੜੇ ਉਤਸ਼ਾਹ ਨਾਲ, ਜਿਹੜੇ ਉਮਾਹ ਨਾਲ ਲੋਕ ਸਾਨੂੰ ਉਡੀਕ ਰਹੇ ਹੈ, ਆਉਣ ਵਾਲੇ ਜਿਹੜੇ ਲੋਕ ਸਭਾ ਦੀਆਂ ਚੋਣਾਂ ਉਹਨਾਂ ਦੇ ਵਿੱਚ ਗਗਨ ਜੀ ਰਿਜ਼ਲਟ ਤੁਹਾਡੇ ਸਾਹਮਣੇ ਹੋਣਾ। ਲੋਕ ਕਿੰਨੇ ਉਤਸ਼ਾਹ ਨਾਲ ਸਾਨੂੰ ਉਡੀਕਦੇ। ਜਿਹੜੀ ਇੱਕ ਧਾਰਨਾ ਕਿਸਾਨੀ ਅੰਦੋਲਨ ਵੇਲੇ ਬਣੀ ਹੋਈ ਸੀ ਕਿ ਉਸ ਤੋਂ ਜਮੀ ਉਲਟ ਹੋ ਗਿਆ ਇਸ ਵੇਲੇ।
ਤੁਸੀਂ ਵੇਖਿਓ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਇਹ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਉੱਥੇ ਵਾਈਫਾਈ ਫ੍ਰੀ ਕੀਤਾ ਜਾਂਦਾ ਸੀ, 5-5 ਡੰਡੇ ਜਿਹੜੇ ਸੀ ਉਹ ਨੈਟਵਰਕ ਦੇ ਆਉਂਦੇ ਸੀ, ਉੱਥੇ ਵਾਈਫਾਈ ਫ੍ਰੀ ਇਹਨਾਂ ਨੇ ਦਿੱਤਾ ਸੀ। ਤੇ ਇੱਥੇ ਤਾਂ ਕੱਲ ਅਸੀਂ ਹਸੈਨੀ ਵਾਲੇ ਮੇਰੀ ਮਿੱਟੀ ਮੇਰਾ ਦੇਸ਼ ਦੇ ਤਹਿਤ ਅਸੀਂ ਹਸੈਨੀ ਵਾਲੇ ਗਏ ਹਾਂ ਜੀ, ਤੇ ਕਿਸਾਨ ਤਾਂ ਸਰ ਸਾਹਿਬ ਉੱਥੇ ਸੜਕਾਂ ਤੇ ਰੁਲ ਰਹੇ ਸੀਗੇ, ਤੇ ਉੱਥੇ ਜਿਹੜੇ ਡੰਡੇ ਇਹਨਾਂ ਨੇ 5-5 ਦਿੱਤੇ ਸੀ ਵਾਈਫਾਈ ਦੇ, ਇੱਥੇ ਉਹਨਾਂ ਦੇ ਡੰਡੇ ਵੱਜ ਰਹੇ ਸੀਗੇ ਜੀ। ਇਸ ਕਰਕੇ ਫਿਰ ਹੁਣ ਉਹ ਕੇਜਰੀਵਾਲ ਸਾਹਿਬ ਕਿੱਥੇ ਗਏ ਹੈ ਇਹਨਾਂ ਕਿਸਾਨਾਂ ਦੀ ਸਾਰ ਲੈਣ ਵਾਸਤੇ, ਉਹ ਅੱਜ ਕਿਉਂ ਨਹੀਂ ਸੜਕਾਂ ਤੇ ਆ ਰਹੇ? ਪਰ ਓਵਰਆਲ ਪਰਸੈਪਸ਼ਨ ਤਾਂ ਰਮਨਦੀਪ ਜੀ ਇਹੀ ਹੈ ਨਾ ਕਿ ਭਾਜਪਾ ਜਿਹੜੀ ਹੈਗੀ ਹੈ ਉਹ ਐਂਟੀ ਸਿੱਖ ਹੈ, ਇਹ ਪਰਸੈਪਸ਼ਨ ਲੋਕਾਂ ਦੇ ਵਿੱਚ ਬਣੀ ਹੋਈ ਹੈ, ਇਹ ਪਰਸੈਪਸ਼ਨ ਪੰਜਾਬ ਦੇ ਵਿੱਚ ਬਣੀ ਹੋਈ ਹੈ, ਪਿੰਡਾਂ ਦੇ ਵਿੱਚ ਬਣੀ ਹੋਈ। ਇਸ ਪਰਸੈਪਸ਼ਨ ਨੂੰ ਫਿਰ ਤੋੜਨ ਦੇ ਲਈ ਤੁਸੀਂ ਕੀ ਕਰ ਰਹੇ ਹੋ? ਬਿਲਕੁਲ ਵਿਰੋਧੀਆਂ ਦੁਆਰਾ ਇਹਨੂੰ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹੋ ਜੀ ਪਰਸੈਪਸ਼ਨ ਆਮ ਲੋਕਾਂ ਦੇ ਵਿੱਚ ਬਿਲਕੁਲ ਵੀ ਨਹੀਂ ਹੈਗੀ। ਇਹਨੂੰ ਪ੍ਰਚਾਰਿਆ ਜ਼ਰੂਰ ਜਾ ਰਿਹਾ ਹੈ ਕਾਂਗਰਸ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਹੈ ਉਹ ਆਈਟੀ ਸੈੱਲਾਂ ਦੇ ਬੰਦੇ, ਉਹਨਾਂ ਨੂੰ ਬਿਲਕੁਲ ਪ੍ਰਚਾਰਿਆ ਜਾ ਰਿਹਾ ਹੈ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇੱਥੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿੰਨੇ ਵਾਰੀ ਤੁਸੀਂ ਇਹ ਵੇਖੋ ਕਿ ਅੱਗੇ 5 ਸਾਲਾਂ ਦੇ ਵਿੱਚ ਇੱਕ ਵਾਰੀ ਕਦੇ ਵਫਦ ਸਿੱਖਾਂ ਦਾ ਜਾਂਦਾ ਸੀ 5 ਜਾਂ 4 ਦਾ, ਉਹਨਾਂ ਨੂੰ ਉੱਥੇ ਚਾਹ ਪਿਲਾ ਕੇ ਮੋੜ ਦਿੱਤਾ ਜਾਂਦਾ ਸੀ। ਹੁਣ ਵੇਖੋ ਕੰਟੀਨਿਊਸਲੀ ਉੱਥੇ ਜਿਹੜੇ ਹੈਗੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਸਿੱਖਾਂ ਦੇ ਜਥੇ ਜਾਂਦੇ, ਉਹ ਉਹਨਾਂ ਨੂੰ ਖਾਣਾ ਖਵਾਉਂਦੇ, ਸਨਮਾਨਿਤ ਕਰਦੇ। ਇਹਦੇ ਤੋਂ ਵੀ ਜੇ ਮੈਂ ਵੱਧ ਦੀ ਗੱਲ ਕਰਾਂ, ਤੁਸੀਂ ਇਹ ਗੱਲ ਕਦੇ ਸੋਚ ਸਕਦੇ ਸੀ ਕਿ ਜਿਹੜਾ ਲਾਲ ਕਿਲ੍ਹਾ ਹੈ ਦਿੱਲੀ, ਉਹਦੇ ਵਿੱਚ ਫਤਿਹ ਦਿਵਸ ਮਨਾਇਆ ਜਾਵੇਗਾ? ਪ੍ਰਧਾਨ ਮੰਤਰੀ ਸਾਹਿਬ ਵੱਲੋਂ ਫਤਿਹ ਦਿਵਸ ਮਨਾਇਆ ਜਾਂਦਾ ਹੈ, ਤੇ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਵੱਡਾ ਗੁਰਪੁਰਬ ਜਿਹੜਾ ਹੈਗਾ ਉਹ ਆਰਗੇਨਾਈਜ਼ ਕੀਤਾ ਜਾਂਦਾ ਸਰਕਾਰ ਵੱਲੋਂ। ਤੇ ਇਹ ਫਿਰ ਕੋਈ ਛੋਟੀ ਗੱਲ ਥੋੜਾ। ਦੂਜੀ ਗੱਲ ਮੈਂ ਹੋਰ ਕਰਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦਾ ਇਸ਼ਟ ਹੈ, ਉਹਦੇ ਤੋਂ ਉੱਤੇ ਸਾਡੇ ਵਾਸਤੇ ਕੋਈ ਗੱਲ ਹੈ ਨਹੀਂ। ਤੇ ਪ੍ਰਧਾਨ ਮੰਤਰੀ ਸਾਹਿਬ ਦੇ ਮਨ ਦੇ ਵਿੱਚ ਕਿੰਨਾ ਸਤਿਕਾਰ ਹੋਏਗਾ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਚ ਵਰਦੀਆਂ ਗੋਲੀਆਂ ਬੰਬਾਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਰੂਪ ਹੈ ਚਲਦੀ ਲੜਾਈ ਦੇ ਵਿੱਚੋਂ, ਵਾਰ ਜ਼ੋਨ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਉਹਨਾਂ ਨੂੰ ਸੁਰੱਖਿਅਤ ਸਿੱਖਾਂ ਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਆਉਂਦਾ। ਕਰਤਾਰਪੁਰ ਕੋਰੀਡੋਰ ਜਿਹੜਾ ਹੈ ਉਹ ਮੈਂ ਤੁਹਾਨੂੰ ਰਿਕੁਐਸਟ ਕਰਾਂ ਕਿ ਕੋਈ ਸੋਚ ਸਕਦਾ ਸੀ ਸਾਡੀਆਂ 75 ਸਾਲਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਤੇ ਉਹ ਜਿਹੜਾ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦੇ ਉਹ ਇਹਨਾਂ ਦੇ ਜਿਹੜਾ ਨਿੱਜੀ ਇਹਨਾਂ ਨੇ ਇੰਟਰਸਟ ਲਿਆ ਤੇ ਉਹਦੇ ਵਿੱਚੋਂ ਉਹ ਖੁੱਲਿਆ। ਫਤਿਹ ਦਿਵਸ ਮਨਾਇਆ ਜਾ ਰਿਹਾ ਹੈ, ਸਾਹਿਬਜ਼ਾਦਿਆਂ ਦਾ ਜਿਹੜਾ ਦਿਵਸ ਹੈ ਵੀਰਬਾਲ ਦਿਵਸ ਮਨਾਇਆ ਜਾ ਰਿਹਾ ਹੈ। ਮੈਂ ਇਸੇ ਤੇ ਆਉਂਦਾ, ਵੀਰਬਾਲ ਦਿਵਸ ਦੇ ਨਾਮ ਦੇ ਉੱਤੇ ਹੀ ਇਤਰਾਜ਼ ਹੈ ਐਸਜੀਪੀਸੀ ਨੂੰ, ਕਹਿ ਰਹੇ ਕਿ ਇਹ ਤਾਂ ਸਿੱਧੇ ਤੌਰ ਦੇ ਉੱਤੇ ਛੇੜਛਾੜ ਕਰਦੇ ਨੇ ਸਾਡੇ ਜੋ ਸਾਹਿਬਜ਼ਾਦਿਆਂ ਦਾ ਦਿਵਸ ਹੈ, ਜੋ ਅਸੀਂ ਸ਼ਹੀਦੀ ਜੋੜ ਮੇਲ ਬਣਾਉਂਦੇ ਹਾਂ, ਤਾਂ ਕਹਿੰਦੇ ਵੀਰ ਤਾਂ ਸ਼ਬਦ ਹੀ ਜਿਹੜਾ ਹੈ ਸਾਹਿਬਜ਼ਾਦਿਆਂ ਦੇ ਵਾਸਤੇ ਢੁਕਦਾ ਨਹੀਂ ਹੈ। ਉਹ ਕਹਿੰਦੇ ਕਿ ਸਿੱਧੇ ਤੌਰ ਦੇ ਉੱਤੇ ਸਾਜ਼ਿਸ਼ਾਂ ਨੇ ਆਰਐਸਐਸ ਦੀਆਂ ਕਿ ਸਿੱਖਾਂ ਦੇ ਮਸਲਿਆਂ ਦੇ ਵਿੱਚ, ਸਿੱਖ ਧਰਮ ਦੇ ਵਿੱਚ ਛੇੜਛਾੜ ਦੀਆਂ। ਇਹ ਸਰ ਸਾਹਿਬ ਉਹਨਾਂ ਦੀ ਜਿਹੜੀ ਜ਼ਮੀਨ ਹੈ ਨਾ, ਉਹ ਬੇਈਮਾਨ ਲੋਕ ਸੀਗੇ, ਉਹਨਾਂ ਦੀ ਜ਼ਮੀਨ ਹੈ ਜਦੋਂ ਖਿਸਕਦੀ ਹੈ ਜ਼ਮੀਨ ਉਹਨਾਂ ਦੇ ਹੱਥੋਂ ਕਿ ਆਹ ਤਾਂ ਜਿਹੜੇ ਸਿੱਖੀ ਦੇ ਅਸਲੀ ਰਖਵਾਲੇ ਆ ਗਏ। ਜਿਹੜੇ ਸ਼ਹੀਦਾਂ ਦਾ ਦਿਨ ਹੈ, ਜਿਹੜਾ ਸਾਹਿਬਜ਼ਾਦਿਆਂ ਦਾ ਦਿਨ ਹੈ, ਜਿਹੜਾ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਦਿਨ, ਇਹ ਤਾਂ ਵਿਸ਼ਵ ਪੱਧਰ ਦਿਵਸ ਦੀ ਜਗ੍ਹਾ ਦੇ ਉੱਤੇ ਸਾਹਿਬਜ਼ਾਦਾ ਵੀ ਨਾਮ ਰੱਖਿਆ ਜਾ ਸਕਦਾ। ਵੀਰ ਨਾ ਆਪਾਂ ਕਿਹਨੂੰ ਕਹਿੰਦੇ, ਵੀਰ ਬਹਾਦਰ ਨੂੰ ਕਹਿੰਦੇ, ਤੇ ਬਹਾਦਰ ਉਹ ਬਹਾਦਰ ਬਾਲਾਂ ਦਾ ਜਿਹੜਾ ਬਾਲ ਤਾਂ ਬੱਚਿਆਂ ਨੂੰ ਕਹਿੰਦੇ, ਤੇ ਬਹਾਦਰ ਬਾਲਾਂ ਦਾ ਜਿਹੜਾ ਦਿਨ ਹੈ ਉਹਨੂੰ ਮਨਾਉਣ ਦੇ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਜੀ? ਉਹਦਾ ਨਾਂ ਕੁਝ ਵੱਖਰਾ ਹੋ ਸਕਦਾ ਹੈ, ਇਤਿਹਾਸ ਉਵੇਂ ਉਹਨਾਂ ਦਾ ਜਿਹੜਾ ਹੈਗਾ ਪਿੱਛੇ ਉਹ ਮੁਸ਼ਕਿਲ। ਲੋਕਾਂ 'ਚ ਪਰਸੈਪਸ਼ਨ ਹੈ ਨਾ ਕਿ ਬੀਜੇਪੀ ਆਰਐਸਐਸ ਦੇ ਜ਼ਰੀਏ ਜਿਹੜੀ ਹੈ ਉਹ ਲਗਾਤਾਰ ਆਰਐਸਐਸ ਬੀਜੇਪੀ ਦੇ ਜ਼ਰੀਏ ਜਿਹੜਾ ਹੈ ਲਗਾਤਾਰ ਪੰਜਾਬ ਦੇ ਵਿੱਚ ਦਖਲਅੰਦਾਜ਼ੀਆਂ ਕਰ ਰਹੀ ਹੈ। ਫਿਰ ਉਹ ਭਾਵੇਂ ਐਸਜੀਪੀਸੀ ਦੀ ਗੱਲ ਕਿਉਂ ਨਾ ਹੋਵੇ ਜਾਂ ਹੋਰ ਮੁੱਦੇ ਕਿਉਂ ਨਾ ਹੋਣ, ਤਾਂ ਕਹਿੰਦੇ ਲਗਾਤਾਰ ਘੁਸਪੈਠ ਜਿਹੜੀ ਹੈਗੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਬਿਲਕੁਲ ਨਿਰਮੂਲ ਗੱਲ ਹੈ ਜੀ। ਉਹ ਵੀ ਤਾਂ ਪਿੱਛੇ ਸਾਥੀ ਰਹੇ ਹੈ ਨਾ, ਕਿੰਨਾ ਲੰਮਾ ਸਮਾਂ ਸਾਥੀ ਰਹੇ ਹੈ। ਜੇ ਇਹੋ ਜੀ ਕੋਈ ਗੱਲ ਸੀਗੀ ਤਾਂ ਉਹ ਫਿਰ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਗੱਲ ਜਿਹੜੀ ਸੀ ਉਹ ਹੁਣੀ ਕਿਉਂ ਉਠਾ ਰਹੇ ਹੈ? ਮੇਰਾ ਮਤਲਬ ਹੈ ਕਿ ਇਸ ਗੱਲ ਦੇ ਪਿੱਛੇ ਤਾਂ ਜਾਣਾ ਚਾਹੀਦਾ ਨਾ ਕਿ ਹੁਣ ਕਿਉਂ ਉਠਾ ਰਹੇ? ਕਿਉਂਕਿ ਤੁਹਾਡੇ ਹਲਕੇ ਦੇ ਉੱਤੇ ਆਵਾਂ, ਤੁਹਾਡੇ ਹਲਕੇ ਦੀ ਗੱਲ ਕਰਾਂ ਤਾਂ ਤੁਹਾਨੂੰ ਲੱਗਦਾ ਹੈ ਕਿ ਉੱਥੇ ਬੀਜੇਪੀ ਦੇ ਪੈਰ ਲੱਗ ਜਾਣਗੇ? ਨਵੀਂ ਇੱਕ ਤਰੀਕੇ ਦੇ ਨਾਲ ਇਹ ਪਾਰਟੀ ਨੇ ਉੱਥੇ ਜਾ ਕੇ ਕੰਮ ਕਰਨਾ ਹੈ। ਇਸ ਤੋਂ ਪਹਿਲਾਂ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀਗਾ ਗਿੱਦੜਬਾਹਾ, ਉਸ ਤੋਂ ਬਾਅਦ ਰਾਜਾ ਵੜਿੰਗ ਆਉਂਦੇ ਨੇ, ਉਹ ਤੋੜਦੇ ਨੇ ਕਿਲਾ, ਔਰ ਲਗਾਤਾਰ ਉਹ ਤਾਂ ਜਿੱਤਦੇ ਆ ਰਹੇ ਨੇ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ, ਜਿੱਥੋਂ ਤੱਕ ਪੈਰ ਲੱਗਣ ਦੀ ਗੱਲ ਹੈ, ਹੁਣ ਮੈਂ ਵਿਧਾਨ ਸਭਾ ਹਲਕੇ ਦੇ ਵਿੱਚ ਸਾਡੇ ਜਿੰਨੇ ਵੀ ਪਿੰਡ ਹੈ 54 ਪਿੰਡਾਂ ਦੇ ਵਿੱਚ ਮੈਂ ਲੋਕਾਂ ਦੇ ਦਰਵਾਜ਼ੇ ਜਿਹੜੇ ਉਹ ਖਟਖਟਾਏ ਤੇ 54 ਦੇ 54 ਪਿੰਡਾਂ ਦੇ ਲੋਕਾਂ ਨੇ
ਜਿਹੜਾ ਸਾਡਾ ਸੀਗਾ ਉਹ ਇੰਨਾ ਭਾਰੀ ਸਵਾਗਤ ਕੀਤਾ ਜਿਹਦੇ ਵਾਸਤੇ ਮੈਂ ਵੀ ਬਿਲਕੁਲ ਆਸਵੰਦ ਨਹੀਂ ਸੀਗਾ। ਤੇ ਮੇਰੀ ਹੈਰਾਨਗੀ ਦੀ ਉਦੋਂ ਹੱਦ ਹੀ ਨਾ ਰਹੀ ਕਿ ਜਦੋਂ ਸੁਤੰਤਰਤਾ ਸੰਗਰਾਮੀ ਦੇਸ਼ ਦੇ ਵਾਸਤੇ ਜਾਨਾਂ ਦੇਣ ਵਾਲੇ ਸ਼ਹੀਦ ਸਾਡੇ ਫੌਜੀ ਵੀਰ ਹੈ ਜਿਹੜੇ, ਤਾਂ ਹੋਰ ਡਿਫੈਂਸ ਫੋਰਸਿਸ ਦੇ ਜਾਂ ਹੋਰ ਕਿਸੇ ਸੂਬਿਆਂ ਨਾਲ ਤਾਲੁਕ ਰੱਖਣ ਵਾਲੇ, ਉਹ ਆ ਕੇ ਉਹਨਾਂ ਨੇ ਸਾਡਾ ਜੀ ਆਇਆਂ ਕਿਹਾ। ਤੇ ਗਗਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਨੂੰ ਵੀ ਸਮਾਂ ਹੋ ਗਿਆ ਰਾਜਨੀਤੀ ਦੇ ਵਿੱਚ, ਅਸੀਂ ਲੋਕਾਂ ਦੇ ਚਿਹਰੇ ਪੜ੍ਹ ਲੈਂਦੇ ਹਾਂ ਤੇ ਉਹਨਾਂ ਦੇ ਚਿਹਰਿਆਂ ਤੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਦੇ ਵਿੱਚ ਜਾਣ ਕਰਕੇ ਉਹਨਾਂ ਦੇ ਚਿਹਰਿਆਂ ਤੇ ਜਿਹੜੀ ਰੌਣਕ ਸੀ, ਉਹਨਾਂ ਦੇ ਅੱਖਾਂ ਦੇ ਵਿੱਚ ਜਿਹੜੀ ਖਿੱਚ ਸੀ, ਤਰਸ ਸੀ ਸਾਨੂੰ ਵੇਖਣ ਵਾਸਤੇ, ਤੇ ਉਹਨਾਂ ਦੇ ਬੋਲਾਂ ਦੇ ਵਿੱਚ ਇਹ ਸੀ ਕਿ ਤੁਸੀਂ ਆਏ ਹੋ, ਤੁਹਾਨੂੰ ਜੀ ਆਇਆਂ ਨੂੰ। ਉਹਨਾਂ ਨੇ ਸਾਡਾ ਦਿਲੋਂ ਸਾਡਾ ਜਿਹੜਾ ਉਹ ਸਾਨੂੰ ਜੀ ਆਇਆਂ ਕਿਹਾ ਤੇ ਸਾਨੂੰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਹੁਣ ਜਿਹੜਾ ਹੈ ਤਕੜੇ ਹੋ ਕੇ ਖੜੋ, ਅਸੀਂ ਤੁਹਾਡੇ ਨਾਲ ਆ। ਉਹ ਸਾਰੀਆਂ ਜਿਹੜੀਆਂ ਹੈ ਅਸੀਂ ਗਏ ਆ ਜੀ, ਇਹ ਗੱਲਾਂ ਕੋਈ ਹਵਾ ਹਵਾਈ ਤਾਂ ਨਹੀਂ ਹੈ, ਉਹ ਸਾਰੀਆਂ ਸੋਸ਼ਲ ਮੀਡੀਆ ਤੇ ਪਈਆਂ ਹੋਈਆਂ, ਲੋਕ ਵੇਖਦੇ ਆ ਤੇ ਵੇਖ ਵੀ ਰਹੇ। ਤੇ ਇਹਦਾ ਮਤਲਬ ਹੈ ਕਿ ਸਰ ਸਾਹਿਬ ਫਿਰ ਹੁਣ ਐਦੋਂ ਹੋਰ ਕੀ ਹੋ ਸਕਦਾ? ਲੋਕ ਸਾਡੇ ਨਾਲ ਇੱਕ ਤਾਂ ਵੋਟਾਂ ਦਿੰਦੇ ਨੇ, ਉਹਦੇ ਵਾਸਤੇ ਤਿਆਰ ਹੈ, ਲੋਕਾਂ ਨੇ ਸਾਨੂੰ ਦੁਆਵਾਂ ਦਿੱਤੀਆਂ ਸਾਡੀ ਤਰੱਕੀ ਚੜ੍ਹਦੀ ਕਲਾ ਵਾਸਤੇ। ਮੰਨ ਕੇ ਚੱਲੀਏ ਗਿੱਦੜਬਾਹਾ ਦੇ ਵਿੱਚ ਲੋਕ ਹੁਣ ਰਾਜਾ ਵੜਿੰਗ ਨੂੰ ਨਹੀਂ ਵੋਟ ਪਾਉਣਗੇ ਔਰ ਤੁਹਾਨੂੰ ਵੋਟ ਪਾਉਣਗੇ? ਮੈਨੂੰ ਤਾਂ ਟੈਲੀਫੋਨ ਆ ਰਹੇ ਆ ਜੀ, ਕਹਿੰਦੇ ਰਾਜਾ ਵੜਿੰਗ ਤਾਂ ਉੱਥੋਂ ਛੱਡ ਕੇ ਜਿਹੜਾ ਹੈ ਗਿੱਦੜਬਾਹਾ ਹਲਕਾ ਤੇ ਉਹ ਤਾਂ ਹੋਰ ਕਿਸੇ ਹਲਕੇ ਦੇ ਵਿੱਚ ਭੱਜਣ ਦੀ ਤਿਆਰੀ ਕਰ ਰਿਹਾ, ਸ੍ਰੀ ਮੁਕਤਸਰ ਸਾਹਿਬ ਜਾ ਰਿਹਾ। ਉਹ ਤਾਂ ਉੱਥੋਂ ਇੰਨਾ ਘਬਰਾ ਗਿਆ, ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕਾਂ ਦਾ ਵੱਡਾ ਇੱਕ ਹਜੂਮ ਹੈ ਜਿਹੜਾ ਉਹ ਚੱਲ ਪਿਆ। ਉਹਨੂੰ ਦੇਖ ਕੇ ਤਾਂ ਰਾਜਾ ਵੜਿੰਗ ਘਬਰਾ ਕੇ ਜੀ ਉਹ ਤਾਂ ਸ੍ਰੀ ਮੁਕਤਸਰ ਸਾਹਿਬ ਇਲਾਕੇ ਜਾ ਵੜਿਆ। ਇੱਥੇ ਤਾਂ ਹੁਣ ਤੁਸੀਂ ਵੇਖਿਓ ਕਿਤੇ ਗਗਨ ਜੀ, ਉਹਨਾਂ ਦਾ ਜਿਹੜਾ ਹੈਗਾ ਪ੍ਰੋਗਰਾਮ ਉਹ ਤਾਂ ਗਿੱਦੜਵੇ ਦੇ ਵਿੱਚ ਤਾਂ ਉਹਨਾਂ ਦਾ ਕੋਈ ਗਿੱਦੜਵੇ 'ਚ ਗਤੀਵਿਧੀਆਂ ਖਤਮ ਹੋ ਚੁੱਕੀਆਂ। ਮੈਂ ਤੁਹਾਡੇ ਸਾਹਮਣੇ ਆ ਜੀ, ਮੇਰੇ ਕੋ ਕਹਿਣ ਨਾਲ ਗੱਲ ਥੋੜਾ, ਉਹ ਤਾਂ ਤੁਸੀਂ ਆਪ ਐਨਾਲਾਈਜ਼ ਕਰ ਲਿਓ ਕਿ ਉਹਨਾਂ ਦੀਆਂ ਗਤੀਵਿਧੀਆਂ ਉਹ ਛੱਡ ਗਿਆ। ਉਹਨੂੰ ਪਤਾ ਲੱਗ ਗਿਆ ਕਿ ਅਸਲ ਇਮਾਨਦਾਰ ਲੋਕ ਹੈ ਜਿਹੜੇ, ਅਸਲ ਇਸ ਹਲਕੇ ਦੇ ਜਿਹੜੇ ਵਾਰਸ ਹੈ, ਉਹ ਲੋਕਾਂ ਦੇ ਸਾਹਮਣੇ ਆ ਗਏ ਆ ਜੀ। ਉਹ ਹੁਣ ਇਸ ਗੱਲ ਨੂੰ ਘਬਰਾਹਟ ਮੰਨ ਕੇ ਤੇ ਉਹ ਤਾਂ ਉੱਥੋਂ ਤਾਂ ਗਾੜਾ ਉਹਨਾਂ ਦਾ ਉੱਥੋਂ ਦੀ ਚੋਣਾਂ ਜਿੱਤੇ ਨੇ, ਉਹ 3 ਵਾਰ ਚੋਣ ਜਿੱਤ ਚੁੱਕੇ ਨੇ ਔਰ ਤੁਹਾਨੂੰ ਲੱਗਦਾ ਕਿ ਉਹ ਸੇਫ ਸੀਟ ਛੱਡ ਕੇ ਉਹ ਮੁਕਤਸਰ ਜਾਣਗੇ? ਮੇਰਾ ਮਤਲਬ ਹੈ ਜੀ ਹੁਣ ਸੇਫ ਸੀਟ ਲੋਕਾਂ ਵਾਸਤੇ ਕੀਤਾ ਕੀ ਹੈ ਸਰ ਸਾਹਿਬ? ਲੋਕਾਂ ਵਾਸਤੇ ਕੀ ਕੀਤਾ? ਰੋਜ਼ ਜਿਹੜੇ ਹੈਗੇ, ਮੈਂ ਤਾਂ ਅਖਬਾਰਾਂ ਦੇ ਵਿੱਚ ਪੜ੍ਹਦਾ, ਤੁਸੀਂ ਵੀ ਪੜ੍ਹਦੇ ਹੋ, ਤੁਹਾਡੇ ਚੈਨਲ ਤੇ ਵੀ ਇੱਕ ਜਿਹੜਾ ਹੈ ਉਹ ਕਿਸੇ ਕਾਰਕੁਨ ਨੇ, ਜਿਹੜਾ ਆਰਟੀਆਈ ਦਾ ਕਾਰਕੁਨ ਆ, ਉਹ ਮੁੰਡੇ ਨੇ ਇੰਟਰਵਿਊ ਕੀਤਾ, ਫਿਰ ਉਹ ਐਡੇ ਐਡੇ ਬਲੇਮ ਲਾ ਰਹੇ ਹੈ ਜੀ। ਤੇ ਉਹਨਾਂ ਦਾ ਕੋਈ ਮਤਲਬ ਤਾਂ ਹੋਏਗਾ ਨਾ। ਹੁਣ ਐਡਾ ਵੱਡਾ ਜਿਹੜਾ ਅੰਪਾਇਰ ਹੈ ਉਹ ਖੜਾ ਕਰ ਲਿਆ ਇਲਾਕੇ ਦੇ ਵਿੱਚ, ਮੇਰੇ ਕਹਿਣ ਦੀ ਗੱਲ ਨਹੀਂ ਹੈ, ਤੇ ਐਡੇ ਐਡੇ ਵੱਡੇ ਇਲਜ਼ਾਮ ਉਹ ਕੈਰੀ ਕਰਦੇ ਹੈ, ਤਾਂ ਉਹ ਤਾਂ ਫਿਰ ਮੇਰਾ ਮਤਲਬ ਹੈ ਹੁਣ ਲੋਕ ਤਾਂ ਫਿਰ ਜਵਾਬ ਮੰਗਣਗੇ ਨਾ ਜੀ। ਤੇ ਲੋਕ ਹੁਣ ਜਵਾਬ ਮੰਗਣਗੇ ਤੇ ਅਸੀਂ ਲੋਕਾਂ ਦੇ ਨਾਲ ਖੜਾਂਗੇ ਉਹ ਜਵਾਬ ਲੈ ਕੇ ਦੇਣ ਵਾਸਤੇ। ਤੇ ਉਹ ਹੁਣ ਘਬਰਾਹਟ ਮੰਨ ਗਏ ਆ ਜੀ। ਫਿਰ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ, ਉਹਨਾਂ ਦੀਆਂ ਐਕਟੀਵਿਟੀਆਂ ਵੇਖ ਲਓ ਤੇ ਭਾਰਤੀ ਜਨਤਾ ਪਾਰਟੀ ਦੀਆਂ ਗਿੱਦੜਬਾਹਾ ਹਲਕੇ ਦੀਆਂ ਐਕਟੀਵਿਟੀਆਂ ਵੇਖ ਲਓ। ਅਸੀਂ ਰੋਜ਼ ਲੋਕਾਂ ਦੇ ਵਿੱਚ ਹੁੰਨੇ ਆ। ਤਾਂ ਕੀ ਹੁਣ ਮੁਕਤਸਰ ਉਹਨਾਂ ਨੇ ਸ਼ੁਰੂ ਕਰਤਾ ਕੰਮ ਕਰ ਆਪਣਾ, ਉੱਥੇ ਆਪਣੀ ਗਤੀਵਿਧੀਆਂ ਮੁਕਤਸਰ ਸ਼ਿਫਟ ਕਰ ਦਿੱਤੀਆਂ ਸਾਰੀਆਂ? ਉਹ ਸਭ ਉੱਥੇ ਹੀ ਸਾਰੇ ਪ੍ਰੋਗਰਾਮ ਹੈ। ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਮੇਰੀ ਰਿਹਾਇਸ਼ ਹੈ, ਮੈਂ ਰੋਜ਼ ਸਾਰਿਆਂ ਨੂੰ ਹੀ ਅਸੀਂ ਮਤਲਬ ਦੇਖਦੇ ਆ ਕਿ ਕਿੱਧਰ ਨੂੰ ਕਿਹੜੀ ਗਤੀਵਿਧੀ ਹੈਗੀ ਹੈ। ਤਾਂ ਉਹ ਸਾਰਾ ਉੱਥੋਂ ਤਾਂ ਹੁਣ ਗਿੱਦੜਵੇ ਦੇ ਵਿੱਚ ਤਾਂ ਉਹ ਮੇਰਾ ਮਤਲਬ ਭੱਜ ਗਏ ਆ ਜੀ। ਤੇ ਮੁਕਤਸਰ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਪੈਰ ਹੈ ਉਹਨਾਂ ਦੇ ਹੁਣ ਲੱਗਣੇ ਨਹੀਂ ਹੈ। ਕਾਂਗਰਸ ਦੇ ਪੈਰ ਉਖੜ ਗਏ ਆ ਪੰਜਾਬ ਦੇ ਵਿੱਚੋਂ। ਆਮ ਆਦਮੀ ਪਾਰਟੀ ਤੋਂ ਲੋਕ ਨਿਰਾਸ਼ ਹੋ ਕੇ ਧਰਨੇ ਲਾ ਰਹੇ, ਪ੍ਰਦਰਸ਼ਨ ਕਰ ਰਹੇ ਹੈ ਤੇ ਲੋਕਾਂ ਦੇ ਉੱਤੇ ਉਹਨਾਂ ਨੂੰ ਜਿਹੜੇ ਇੰਟਰਨੈਟ ਮੁਹੱਈਆ ਕਰਾਉਂਦੇ ਸੀ ਅੱਜ ਉਹਨਾਂ ਦੇ ਡਾਂਗਾ ਮਾਰ ਰਹੇ। ਪਰ ਭਾਜਪਾ ਦੇ ਪੈਰ ਲੱਗਣੇ ਤੁਹਾਨੂੰ ਲੱਗਦਾ ਇੰਨੇ ਸੌਖੇ ਰਹਿਣਗੇ? ਮਾਲਵਾ ਹੈ, ਮਾਲਵਾ ਤੁਹਾਨੂੰ ਪਤਾ ਹੈ ਕਿ ਕਿੰਨੀਆਂ ਕਿਸਾਨ ਜਥੇਬੰਦੀਆਂ ਨੇ ਔਰ ਉਹਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਹੀ ਤਾਂ ਸਿੱਧੇ ਤੌਰ ਦੇ ਉੱਤੇ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਸਾਹਮਣਾ ਕਰਨਾ ਪਿਆ ਸੀ। ਲੱਗਦਾ ਇੰਨਾ ਸੌਖੀਆਂ ਇਹ ਕਿਸਾਨ ਜਥੇਬੰਦੀਆਂ ਭਾਜਪਾ ਦੇ ਪੈਰ ਲਾ ਦੇਣਗੀਆਂ? ਵੇਖੋ ਜੀ, ਇਹ ਗੱਲ ਹੈਗੀ ਆ, ਸਾਨੂੰ ਉਹਨਾਂ ਨਾਲ ਅਸੀਂ ਬੈਠੇ ਆ, ਲਗਾਤਾਰ ਬੈਠ ਰਹੇ ਹਾਂ ਤੇ ਜਿਹੜਾ ਬੈਠ ਕੇ ਉਹਨਾਂ ਨੂੰ ਜਿਹੜੇ ਸ਼ੱਕ ਸ਼ੁਬੇ ਸੀਗੇ ਉਹ ਉਹਨਾਂ ਦੇ ਨਿਵਰਤ ਕਰਾਂਗੇ ਜੀ। ਅਸੀਂ ਕਰ ਵੀ ਰਹੇ ਹਾਂ, ਬਹੁਤ ਕਾਮਯਾਬੀ ਮਿਲੀ ਹੈ। ਹੋਰ ਵੀ ਉਹਨਾਂ ਦੇ ਸ਼ੱਕ ਸ਼ੁਬਾ ਜਿਹੜੇ ਉਹਨੂੰ ਨਿਵਰਤ ਕਰਕੇ ਅਸੀਂ ਬੜੀ ਮੁਸ਼ਕਿਲ ਜਿਹੜੀ ਜਿੱਤ ਹੈ ਉਹ ਮਾਲਵੇ ਚੋਂ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਐਤਕੀ ਮਨ ਬਣਾ ਲਿਆ। ਮੈਂ ਭਾਜਪਾ ਨੂੰ ਇਹ ਮੰਨਿਆ ਜਾਂਦਾ ਹੈ ਕਿ ਸ਼ਹਿਰਾਂ ਦੀ ਪਾਰਟੀ ਹੈ, ਸ਼ਹਿਰੀ ਲੋਕਾਂ ਦੇ ਵਿੱਚ ਫਿਰ ਵੀ ਇੱਕ ਇਹਨਾਂ ਦੀ ਆਪਾਂ ਮੰਨ ਸਕਦੇ ਹਾਂ ਕਿ ਭਾਜਪਾ ਦੀ ਪਕੜ ਹੋਊਗੀ, ਪਰ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਦੇ ਵਿੱਚ ਇਹਨਾਂ ਦੀ ਪਕੜ ਇੰਨੀ ਮਜ਼ਬੂਤ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਔਰ ਪਾਰਟੀ ਨੂੰ ਜਿੰਨੀ ਜਿੱਤਣ ਵਾਸਤੇ ਸੀਟਾਂ ਚਾਹੀਦੀਆਂ ਨੇ। ਵੇਖੋ ਜੀ, ਮੈਨੂੰ ਇਹ
ਪਾਰਟੀ ਦਾ ਹੁਕਮ ਲੱਗਿਆ ਸੀ ਗਿੱਦੜਵਾ 'ਚ, ਮੈਂ ਗਿੱਦੜਵਾ ਦੇ ਲੋਕਾਂ ਦੀ ਗੱਲ ਕਰ ਸਕਦਾ ਤੇ ਗਿੱਦੜਵਾ ਦੇ ਲੋਕਾਂ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਬੇਨਤੀ ਕੀਤੀ ਹੈ, ਉਹ ਗਿੱਦੜਵਾ ਦੇ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਤੇ ਉਮਾਹ ਵੇਖ ਕੇ ਮੈਂ ਆਪ ਖੁਦ ਹੈਰਾਨ ਹੈ ਕਿ ਇੰਨੇ ਉਤਸ਼ਾਹ ਨਾਲ ਲੋਕ ਸਾਨੂੰ ਉਡੀਕਦੇ, ਕਿਉਂਕਿ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਵੇਖੋ ਤੁਸੀਂ ਗਰੀਬਾਂ ਨੂੰ ਕਿੰਨੀਆਂ, ਜਿਹੜਾ ਸਾਡੇ ਐਸੀ ਭਾਈਚਾਰੇ ਹੈ ਉਹਨਾਂ ਨੂੰ ਕਿੰਨੀਆਂ ਸਕੀਮਾਂ ਦਿੱਤੀਆਂ, ਜਿਹੜੇ ਹੈਗੇ ਆ ਜੱਟ ਪਰਿਵਾਰਾਂ ਦੇ ਵਿੱਚ ਕਿੰਨੇ ਉਹਨਾਂ ਨੂੰ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਰਹੇ, ਜਿਹੜੇ ਘਪਲੇ ਕਰਕੇ ਪਹਿਲਾਂ ਖਾ ਜਾਂਦੇ ਸੀ ਮੋਦੀ ਜੀ ਨੇ, ਉਹ ਸਾਰਾ ਜਿਹੜਾ ਹੈਗਾ ਉਹ ਕਿੰਨੇ ਫਾਇਦੇ ਲੋਕਾਂ ਨੂੰ ਹੋ ਰਹੇ ਹੈ। ਤੇ ਉਹ ਤਾਂ ਫਿਰ ਉਹਨਾਂ ਨੂੰ ਪੰਜਾਬੀ ਦਾ ਕਹਿੰਦੇ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਨਾ ਸਾਡੇ ਖਾਤਿਆਂ ਦੇ ਵਿੱਚੋਂ ਪੈਸੇ ਆ ਰਹੇ ਨੇ, ਭਾਵੇਂ ਤੁਹਾਡੇ ਵੱਲੋਂ ਜ਼ਰੂਰ ਕਲੇਮ ਕੀਤਾ ਜਾਂਦਾ ਹੈ, ਪਰ ਕਹਿੰਦੇ ਕਿ ਉਹ ਅਮਾਊਂਟ ਕਿੰਨੀ ਹੈ, ਉਸ ਦੇ ਨਾਲ ਘਰ ਦਾ ਗੁਜ਼ਾਰਾ ਤਾਂ ਨਹੀਂ ਚੱਲ ਸਕਦਾ, ਉਸ ਦੇ ਨਾਲ ਜ਼ਿੰਦਗੀ ਤਾਂ ਨਹੀਂ ਬਤੀਤ ਕੀਤੀ ਜਾ ਸਕਦੀ। ਅਸੀਂ ਇਹ ਨਹੀਂ ਕਹਿੰਦੇ ਕਿ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਅਸੀਂ ਜਦੋਂ ਭਾਰਤੀ ਜਨਤਾ ਪਾਰਟੀ ਦੂਸਰੇ ਪਾਸੇ ਵਿਰੋਧੀ ਕਹਿੰਦੇ 15 ਲੱਖ ਨਹੀਂ ਆਏ, ਉਹ ਤਾਂ ਜੀ ਇੱਕ ਗੱਲ ਹੈਗੀ ਹੈ ਕਿ ਉਹਨਾਂ ਵਿਰੋਧੀਆਂ ਨੇ ਆਪ ਦਾ ਪ੍ਰਚਾਰ ਕਰਨਾ ਹੈ, ਅਸੀਂ ਆਪ ਦੀ ਗੱਲ ਕਰਨੀ ਹੈ ਕਿ ਅਸੀਂ ਵਿਕਾਸ ਕੀ ਕਰ ਰਹੇ ਹਾਂ। ਇਹਨਾਂ ਨੇ ਵੀ ਤਾਂ ਫਿਰ ਕਿਹਾ ਸੀਗਾ ਕਿ ਹਜ਼ਾਰ ਰੁਪਏ ਅਸੀਂ ਜਿਹੜਾ ਹੈਗਾ ਉਹ ਡੇ 1 ਤੋਂ ਆਪਣਾ ਲੇਡੀਜ਼ ਆ ਜਿਹੜੀਆਂ ਉਹਨਾਂ ਦੇ ਖਾਤੇ 'ਚ ਪਾਵਾਂਗੇ। ਤੇ ਫਿਰ ਜਿਹੜੇ ਸਾਡੇ ਨਾਲ ਸਵਾਲ ਕਰਦੇ ਹੈ ਕਿ ਉਹਨਾਂ ਨੂੰ ਫਿਰ ਉਹਨਾਂ ਨੇ ਹਜ਼ਾਰ ਝੂਠੇ ਉਹ ਵੀ ਨੇ, ਝੂਠੇ ਤੁਸੀਂ ਵੀ ਹੋ। ਨਹੀਂ, ਅਸੀਂ ਝੂਠੇ ਨਹੀਂ ਹਾਂ, ਅਸੀਂ ਪਾ ਤਾਂ ਰਹੇ ਹਾਂ ਨਾ ਗਗਨ ਜੀ, ਅਸੀਂ ਪਾ ਤਾਂ ਰਹੇ ਹਾਂ ਨਾ। ਇਹ ਵੀ ਕਹਿੰਦੇ ਪਾ ਦਾਂਗੇ ਅਸੀਂ, ਕਹਿੰਦੇ ਥੋੜਾ ਟਾਈਮ ਦਿਓ ਚੀਜ਼ਾਂ ਨੂੰ, ਕਹਿੰਦੇ ਇੰਪਲੀਮੈਂਟ ਕਰਨ ਨੂੰ ਟਾਈਮ ਲੱਗਦਾ, ਅਜੇ ਤਾਂ 4-5 ਸਾਲ ਹੋਏ ਨੇ ਪਏ ਨੇ, ਤਾਂ ਕਹਿੰਦੇ ਉਸ ਦੇ ਵਿੱਚ ਅਸੀਂ ਕਰਤਾ ਨਹੀਂ ਕੰਮ ਆਪਣਾ। ਨਹੀਂ, ਪੌਣੇ 2 ਸਾਲ ਤਾਂ ਹੋ ਗਏ ਜੀ, ਹਜੇ ਤੱਕ ਤਾਂ ਹੋਇਆ ਨਹੀਂ। ਮੈਨੂੰ ਲੱਗਦਾ ਵੀ ਗਾਂ ਵੀ ਇਹ ਜਿਹੜੇ ਝੂਠੇ ਵਾਅਦੇ ਕਰਕੇ ਆਏ ਹੈ ਉਹ ਹੁਣ ਲੋਕਾਂ ਦੇ ਵਿੱਚ ਤਾਂ ਹੁਣ ਸਾਫ਼ ਫਿਰ ਐਕਸਪੋਜ਼ ਹੋ ਗਏ ਇਹ, ਤੇ ਇਹ ਜਿਹੜਾ ਹੈ ਮੈਨੂੰ ਲੱਗਦਾ ਬਹੁਤੀ ਦੇਰ ਇਹਨਾਂ ਦਾ ਚੱਲਣਾ ਨਹੀਂ ਹੈ। ਲੋਕਾਂ ਨੇ 24 ਦੇ ਵਿੱਚ ਹਿਸਾਬ ਮੰਗਣ ਵਾਸਤੇ ਲੋਕ ਹੈ ਨਾ ਜਿਹੜੇ ਜੀ ਉਹ ਤਿਆਰ ਬੈਠੇ। ਤਾਂ ਗਿੱਦੜਬਾਹੇ 'ਚ ਕੀ ਲੱਗਦਾ ਤੁਹਾਨੂੰ ਫਿਰ ਤੁਹਾਡਾ ਮੁਕਾਬਲਾ ਸਿੱਧਾ ਅਕਾਲੀ ਦਲ ਦੇ ਨਾਲ ਹੈ, ਡਿੰਪੀ ਢਿੱਲੋਂ ਦੇ ਨਾਲ ਤੁਹਾਡਾ ਮੁਕਾਬਲਾ ਹੋਊਗਾ? ਸਾਡਾ ਮੁਕਾਬਲਾ ਇਹਨਾਂ ਨਾਲ ਕਿਸੇ ਨਾਲ ਹੀ ਨਹੀਂਗਾ ਜੀ। ਸਾਡਾ ਜਿਹੜਾ ਮੁਕਾਬਲਾ ਹੈ ਉਹ ਕਿਸੇ ਨਾਲ ਵੀ ਨਹੀਂ ਗਏ, ਸਾਡੇ ਮੁਕਾਬਲੇ 'ਚ ਖੜ ਹੀ ਨਹੀਂ ਸਕਦੇ, ਕਿਉਂਕਿ ਲੋਕਾਂ ਨੇ ਐਡਾ ਵੱਡਾ ਮਨ, ਗਗਨ ਜੀ ਸੱਚੀ ਗੱਲ ਹੈ, ਲੋਕਾਂ ਨੇ ਮਨ ਬਣਾ ਲਿਆ। ਵੋਟ ਤਾਂ ਵਧੀਆ ਸੀਗੀ, ਬਹੁਤ ਘੱਟ ਮਾਰਜਨ ਤੋਂ ਹਾਰੇ ਨੇ, ਰਾਜੇ ਵੜਿੰਗ ਦੀ ਜੇ ਜਿੱਤ ਵੀ ਹੋਈ ਹੈ ਤਾਂ ਬਹੁਤ ਘੱਟ ਮਾਰਜਨ ਤੇ ਜਿੱਤ ਹੋਈ ਆ। ਇਹ ਹੁਣ ਕੋਈ ਪ੍ਰਾਪਰਟੀ ਥੋੜਾ ਜੀ, ਇਹ ਲੋਕਾਂ ਨੇ ਹੁਣ ਜਦੋਂ ਮਨ ਬਣਾ ਲਿਆ ਆਪਣਾ, ਕੋਈ ਗਿੱਦੜਵਾ ਹਲਕਾ ਜਾਂ ਜਿਹੜਾ ਪੰਜਾਬ ਹੈ ਇਹ ਕੋਈ ਪ੍ਰਾਪਰਟੀ ਥੋੜਾ, ਇਹ ਲੋਕਾਂ ਨੇ ਅੱਗੇ ਇਸੇ ਗੱਲ ਚੋਂ ਤਾਂ ਭਾਰਤੀ ਜਨਤਾ ਪਾਰਟੀ ਦੀ ਇੱਕ ਬੜੀ ਸਿੱਧੀ ਸਾਦੀ ਗੱਲ ਹੈ ਕਿ ਪਰਿਵਾਰ ਦਾ ਜਿਹੜਾ ਹੈ ਉਹ ਪੱਕਾ ਕਬਜ਼ਾ ਨਹੀਂ ਹੋਣਾ ਚਾਹੀਦਾ, ਦੇਸ਼ ਦੇ ਵਿੱਚ ਹੀ ਨਹੀਂ ਪੱਕਾ ਕਬਜ਼ਾ ਹੋਣਾ ਚਾਹੀਦਾ। ਤੇ ਜੇ ਇਹ ਲੋਕ ਇਹ ਸਮਝਣਗੇ ਵੀ ਇਸ ਵਾਰੀ ਸਾਨੂੰ ਇੰਨੀ ਵੋਟ ਪਈ ਹੈ ਤੇ ਸਾਡਾ ਇੱਥੇ ਕਬਜ਼ਾ ਹੋ ਗਿਆ, ਤਾਂ ਫਿਰ ਇਹ ਗੱਲ ਤਾਂ ਆਪਾਂ ਹੁਣ ਸਵੀਕਾਰ ਨਹੀਂ ਨਾ ਲੋਕ ਕਰਨਗੇ। ਜੇ ਅਕਾਲੀ ਭਾਜਪਾ ਦਾ ਗੱਠਜੋੜ ਹੋ ਜਾਂਦਾ ਫਿਰ ਉਹ ਮੇਰੇ ਅਧਿਕਾਰ ਖੇਤਰ 'ਚ ਨਹੀਂ ਹੈ ਜਿਹੜੀ ਇਹ ਗੱਲ ਤੁਸੀਂ ਕਹਿ ਰਹੇ ਹੋ। ਜਦੋਂ ਉਹ ਸਮਾਂ ਆਏਗਾ ਉਦੋਂ ਆਪਾਂ ਉਹਦੇ ਤੇ ਵੀ ਗੱਲ ਕਰਾਂਗੇ। ਪਰ ਲੱਗਦਾ ਫਿਰ ਉਹ ਇੱਕ ਛਵੀ ਜਿਹੜੀ ਤੁਸੀਂ ਬਣਾ ਕੇ ਚੱਲੋਗੇ ਫਿਰ ਉਹ ਉਸੇ ਤਰੀਕੇ ਨਾਲ ਬਰਕਰਾਰ ਰਹੂਗੀ, ਲੋਕ ਕਹਿਣਗੇ ਤਾਂ ਦੇਖੋ ਫਿਰ ਦੁਬਾਰਾ ਮਿਲ ਗਏ ਜੀ, ਤਾਂ ਪਹਿਲਾਂ ਹੀ ਮਿਲੇ ਹੋਏ ਸੀਗੇ। ਇਹ ਨਹੀਂ, ਇਹ ਗੱਲ ਲੋਕਾਂ ਨੂੰ ਪਤਾ ਹੈ, ਲੋਕ ਇਸ ਗੱਲ ਨੂੰ ਸਵੀਕਾਰ ਕਰ ਚੁੱਕੇ ਆ। ਲੋਕ ਹੁਣ ਵੇਖਣਾ ਚਾਹੁੰਦੇ ਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੀਜੀ ਵਾਰੀ ਬੜੇ ਵੱਡੇ ਮਾਰਜਨ ਨਾਲ ਜਿੱਤ ਕੇ ਆਉਣਗੇ, ਦੇਸ਼ ਨੂੰ ਤਰੱਕੀ ਦੇ ਰਾਹਾਂ ਤੇ ਲੈ ਕੇ ਜਾਣਗੇ। ਲੋਕ ਦਾ ਅੱਜ ਜਨ ਦੇ ਵਿੱਚ ਇੱਕ ਇਹ ਗੱਲ ਆ ਗਈ ਹੈ ਕਿ ਲੋਕ ਚਾਹੁੰਦੇ ਆ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਜਿਨ੍ਹਾਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਐਡਾ ਵੱਡਾ ਹਲਾਰਾ ਦਿੱਤਾ ਹੈ, ਜਿਨ੍ਹਾਂ ਨੇ ਲੋਕਾਂ ਦੇ ਵਾਸਤੇ ਰੁਜ਼ਗਾਰ ਮੁਹੱਈਆ ਕਰਾਇਆ। ਵਿਰੋਧੀ ਕਹਿੰਦੇ ਮਹਿੰਗਾਈ ਇੰਨੀ ਕਰਤੀ, ਸਿਲੰਡਰ ਦਾ ਰੇਟ ਕਿੱਥੇ ਪਹੁੰਚਾ ਦਿੱਤਾ, ਤੇਲ ਕਿੱਥੇ ਹੋ ਗਿਆ, ਲੋਕਾਂ ਨੂੰ ਪੈਸੇ ਨਹੀਂ ਹੈਗੇ ਰੋਟੀ ਖਾਣ ਨੂੰ, ਟਮਾਟਰਾਂ ਦਾ ਰੇਟ ਕਿੱਥੇ ਪਹੁੰਚ ਗਿਆ। ਤੁਸੀਂ ਕਹਿੰਦੇ ਕਿ ਉਹਨਾਂ ਨੇ ਅਰਥ ਵਿਵਸਥਾ ਸਹੀ ਕਰਤੀ। ਨਹੀਂ, ਇਹ ਵੇਖੋ ਇਹ ਗੱਲਾਂ ਮਤਲਬ ਕੀਤੀਆਂ ਜਾ ਸਕਦੀਆਂ, ਉਹ ਸਾਰੇ ਜਿਹੜੇ ਹੈ ਉਹ ਕਿਸਾਨਾਂ ਦੇ ਉੱਥੇ ਉਗਰਦਾ ਸਾਰਾ ਕੁਝ, ਤਾਂ ਉਹ ਅਸੀਂ ਫਿਰ ਰੇਟ ਜਿਹੜੇ ਪੰਜਾਬ ਸਰਕਾਰ ਨੇ ਉਹਦੇ ਤੇ ਕਿੰਨਾ ਸਿਲੰਡਰ ਤੇ ਘਟਾਇਆ ਜੀ। ਆ ਤਾਂ ਹੁਣ ਤੁਸੀਂ ਵੇਖੋ ਕਿ ਮੋਦੀ ਸਾਹਿਬ ਨੇ ਜਿਹੜਾ ਹੈ ਉਹ ਅੱਜ ਜਦੋਂ ਰੱਖੜੀ ਆਈ ਹੈ ਪਿੱਛੇ ਲੰਘੀ ਹੈ, ਪਰ ਉਹ ਵੀ ਕਹਿੰਦੇ ਚੋਣਾਂ ਨਜ਼ਦੀਕ ਸੀ ਤਾਂ ਇਹ ਫੈਸਲਾ ਨਹੀਂ। ਫਿਰ ਜਿਹੜੀ ਹੁਣ ਅਸੀਂ ਗੱਲ ਕਹਿ ਦਿੰਨੇ ਆ ਜੀ, ਅਸੀਂ ਕਰ ਦਿੰਨੇ, ਉਹ ਚੋਣਾਂ ਨਜ਼ਦੀਕ ਨਾਲ ਜੋੜ ਦਿੱਤੀ ਜਾਂਦੀ ਹੈ। ਚੋਣਾਂ ਨੂੰ ਤਾਂ ਹਜੇ ਸਰ ਸਾਹਿਬ 8 ਮਹੀਨੇ ਪਏ ਆ ਜੀ। ਥੋੜੇ ਨਹੀਂ ਹੁੰਦੇ 8 ਮਹੀਨੇ। ਨਹੀਂ, ਉਹ ਤਾਂ ਫਿਰ ਇਹਨਾਂ ਨੂੰ ਤਾਂ ਚਾਹੀਦਾ ਨਾ ਵੀ ਅਸੀਂ ਤਾਂ ਕਰ ਦਿੱਤਾ, ਜਿਹੜਾ ਤੁਸੀਂ ਕੀਤਾ ਹਜ਼ਾਰ ਰੁਪਈਆ ਵਾਅਦਾ ਉਹਨੂੰ ਪੂਰਾ ਕਰ ਦਿਓ, ਪਰ ਅਸੀਂ ਇਹ ਪ੍ਰੋਮਿਸ ਕਰਦੇ ਵੀ ਅਸੀਂ ਤੁਹਾਡੇ ਵਾਅਦੇ ਨੂੰ ਜੇ ਤੁਸੀਂ ਪੂਰਾ ਕਰੋਗੇ ਉਹਨੂੰ ਚੋਣਾਂ ਨਾਲ ਮੈਂ ਤਾਂ ਨਹੀਂ ਜੋੜਦਾ। ਭਾਜਪਾ ਪੰਜਾਬ ਦੇ ਵਿੱਚ ਇੱਕ ਮੁੱਠ ਹੈਗੀ ਹੈ
ਤੁਹਾਨੂੰ ਕੀ ਲੱਗਦਾ ਜੀ ਸਾਰੇ ਇਕਮੁੱਠ ਹੋ ਕੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਹੜਾ ਉਹ ਪ੍ਰਚਾਰ ਕਰ ਰਹੇ ਆ ਡਟ ਕੇ ਲੱਕ ਬੰਨ ਕੇ, ਕਿਉਂਕਿ ਸਾਡਾ ਨਿਸ਼ਾਨਾ ਸਿਰਫ ਇੱਕੋ ਇੱਕ ਹੈ ਕਿ ਦੇਸ਼ ਅੱਗੇ ਵਧੇ, ਦੇਸ਼ ਤਰੱਕੀ ਕਰੇ, ਦੇਸ਼ ਖੁਸ਼ਹਾਲ ਹੋਵੇ, ਦੇਸ਼ ਦੀ ਏਕਤਾ ਤੇ ਅਖੰਡਤਾ ਜਿਹੜੀ ਹੈ ਉਹ ਬਰਕਰਾਰ ਰਹਿਣੀ ਚਾਹੀਦੀ। ਭਾਜਪਾ ਦਾ ਪੰਜਾਬ 'ਚ ਵਿਰੋਧੀ ਵੀ ਤੁਹਾਡੇ ਉੱਤੇ ਚੁਟਕੀਆਂ ਲੈਂਦੇ ਨੇ, ਨਿਸ਼ਾਨੇ ਕੱਸਦੇ ਨੇ। ਗਵਰਨਰ ਹਾਊਸ ਦੇ ਵਿੱਚੋਂ ਜਾਖੜ ਹੋਣੀ ਇੱਕ ਮੈਮੋਰੈਂਡਮ ਦੇ ਕੇ ਬਾਹਰ ਆਏ ਸੀਗੇ, ਉਹਨਾਂ ਦਾ ਵਫਦ ਬਾਹਰ ਆਇਆ ਤਾਂ ਕਹਿੰਦੇ ਲੱਭ ਕੇ ਦਿਖਾਓ ਇਹਨਾਂ ਦੇ ਵਿੱਚੋਂ ਭਾਜਪਾ ਵਾਲਾ ਪੁਰਾਣਾ ਬੰਦਾ ਕੌਣ ਹੈ। ਉਹ ਸਾਰੇ ਹੀ ਉਹਦੇ ਵਿੱਚ ਕਾਂਗਰਸੀ ਜਿਹੜੇ ਸੀਗੇ, ਜਿਹੜੇ ਭਾਜਪਾ ਸ਼ਾਮਲ ਹੋਏ ਸੀ, ਉਹ ਨਜ਼ਰ ਆਉਂਦੇ ਸੀਗੇ। ਫਿਰ ਉਹ ਭਾਵੇਂ ਰਾਜਕੁਮਾਰ ਵੇਰਕਾ ਹੋਣ, ਫਿਰ ਉਹ ਕੇਵਲ ਢਿੱਲੋਂ ਕਿਉਂ ਨਾ ਹੋਣ, ਜਾਂ ਰਾਣਾ ਸੋਢੀ ਹੋਣ, ਜਾਂ ਨਾਲ ਅਰਵਿੰਦ ਖੰਨਾ ਹੋਣ, ਜਾਂ 2-3 ਹੋਰ ਬੰਦੇ ਅਜਿਹੇ ਜਿਹੜੇ ਕਿ ਕਾਂਗਰਸ ਦੇ ਵਿੱਚ ਹੁੰਦੇ ਸੀ, ਬਲਬੀਰ ਸਿੱਧੂ ਹੋਣ। ਤਾਂ ਇੱਦਾਂ ਜਾਪਦਾ ਸੀ ਕਿ ਉਹ ਕਾਂਗਰਸ ਪਾਰਟ 2 ਆ ਰਹੀ ਹੈ। ਮੈਂ ਤਾਂ ਪੁੱਛ ਰਿਹਾ ਕਿ ਕਾਂਗਰਸ ਭਾਜਪਾ ਇੱਕ ਮੁੱਠ ਹੈਗੀ ਹੈ ਕਿ ਨਹੀਂ, ਕਿਉਂਕਿ ਜਿਹੜੇ ਪੁਰਾਣੇ ਭਾਜਪਾ ਦੇ ਵਰਕਰ ਨੇ, ਲੀਡਰ ਨੇ, ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ। ਕਹਿੰਦੇ ਕਿ ਕਿਸਾਨੀ ਅੰਦੋਲਨ 'ਚ ਕੁੜਤੇ ਅਸੀਂ ਫੜਵਾਉਂਦੇ ਰਹਿ ਗਏ, ਕੱਛੇ ਤੱਕ ਸਾਡੇ ਫਾੜ ਦਿੱਤੇ, ਡਾਂਗਾ ਸਾਨੂੰ ਨਾਲ ਜਿਹੜਾ ਹੈ ਲੋਕਾਂ ਨੇ ਡਰਾਇਆ, ਤਾਂ ਕਹਿੰਦੇ ਕਿ ਸਾਰੀਆਂ ਮਲਾਈਆਂ ਹੁਣ ਨਵੇਂ ਕਾਂਗਰਸੀ ਲੈ ਗਏ। ਨਹੀਂ, ਮਲਾਈ ਲਾਉਣ ਵਾਲੀ ਗੱਲ ਆਈ ਕਿੱਥੇ ਹੈ, ਹਜੇ ਅਸੀਂ ਖੜੇ ਕਿੱਥੇ ਹਾਂ। ਇਹ ਤਾਂ ਮਿਹਨਤ ਕਰਨ ਦੀ ਲੋੜ ਹੈ ਤੇ ਭਾਰਤੀ ਜਨਤਾ ਪਾਰਟੀ ਇੱਕ ਸਿਧਾਂਤ ਨਾਲ ਚੱਲਦੀ ਹੈ, ਨਾ ਕਿ ਵਿਅਕਤੀ ਵਿਸ਼ੇਸ਼ ਨਾਲ। ਤਾਂ ਉਹ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਨੂੰ ਅੱਗੇ ਵਧਾਉਣ ਵਾਸਤੇ ਜਿਹੜੇ ਵੀ ਇਮਾਨਦਾਰ ਲੋਕ ਆਏ ਹੈ ਉਹਨਾਂ ਦਾ ਸਵਾਗਤ ਕੀਤਾ, ਜਿਹੜੇ ਵੀ ਇਮਾਨਦਾਰ ਲੋਕ ਅੱਗੇ ਨਾਲ ਆਉਣਗੇ ਉਹਨਾਂ ਦਾ ਸਵਾਗਤ ਤਾਂ ਕੀਤਾ ਜਾਊਗਾ। ਸਾਡੇ ਸੋਰਸ ਸਾਨੂੰ ਇਹ ਜਾਣਕਾਰੀ ਦਿੰਦੇ ਨੇ ਕਿ ਭਾਜਪਾ ਦੇ ਵਿੱਚ ਵੀ ਕੁਝ ਆਲ ਇਜ਼ ਵੈਲ ਨਹੀਂ ਹੈ, ਸਾਂਭਿਆ ਨਹੀਂ ਜਾ ਰਿਹਾ, ਜਿਹੜਾ ਕਿ ਆਪਸ ਦੇ ਵਿੱਚ ਕਲੇਸ਼ ਬਣਿਆ ਹੋਇਆ। ਹੁਣੇ ਪਿੱਛੇ ਜਿਹੇ ਨਿਮੀਸ਼ਾ ਮਹਿਤਾ ਉਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉੱਥੇ ਵੀ ਕਾਰਨ ਇਹੀ ਸੀਗਾ ਕਿ ਅਰਵਿੰਦ ਰਾਏ ਖੰਨਾ ਉਹਨਾਂ ਦੇ ਨਾਲ ਗਰੁੱਪ ਦੇ ਨਾਲ ਤੇ ਨਿਮੀਸ਼ਾ ਮਹਿਤਾ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਹੈ ਔਰ ਉਸ ਤੋਂ ਬਾਅਦ ਇਹ ਫੈਸਲਾ ਲੈਣਾ ਪੈਂਦਾ। ਤੁਸੀਂ ਜਿਹੜਾ ਸੋਰਸਸ ਹੈ ਨਾ ਜੀ, ਉਹਨਾਂ ਦਾ ਰਿਵਿਊ ਕਰੋ ਦੁਬਾਰਾ। ਇਹ ਜਿਹੜੇ ਤੁਹਾਡੇ ਸੋਰਸਸ ਹੈਗੇ ਨਾ, ਤੁਹਾਨੂੰ ਗਲਤ ਜਾਣਕਾਰੀ ਦੇ ਰਹੇ ਆ। ਨਹੀਂ, ਸਾਡੇ ਸੋਰਸ ਸਾਡੇ ਪੱਕੇ ਨੇ। ਜਿਵੇਂ ਤੁਹਾਡੇ ਸੋਰਸ ਪੱਕੇ ਨੇ ਰਾਜਾ ਵੜਿੰਗ ਵਾਲੇ ਕਿ ਰਾਜਾ ਵੜਿੰਗ ਗਿੱਦੜਬਾਹੇ ਤੋਂ ਮੁਕਤਸਰ ਜਾ ਰਿਹਾ, ਉਵੇਂ ਸਾਡੇ ਸੋਰਸ ਵੀ ਪੱਕੇ ਨੇ। ਨਹੀਂ, ਉਹ ਮਤਲਬ ਇਹੋ ਜੀ ਕੋਈ ਐਸਾ ਚਾਪਾ ਨਹੀਂ ਕਹਿ ਸਕਦੇ ਕਿ ਇਹੋ ਜੀ ਕੋਈ ਗੱਲ ਹੈ। ਭਾਜਪਾ ਸਾਰੀ ਇਕਮੁੱਠ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡਾ ਚਿਹਰਾ ਹੈ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਤੇ ਏਕਤਾ ਤੇ ਅਖੰਡਤਾ ਦੇ ਵਾਸਤੇ ਜਿਹੜਾ ਵੀ ਕੋਈ ਯੋਗਦਾਨ ਆਪਣਾ ਤਿਲਫੁਲ ਪਾਉਂਦਾ ਹੈ ਉਹ ਅੱਗੇ ਆ ਰਿਹਾ ਹੈ। ਪੰਜਾਬ 'ਚ ਚਿਹਰਾ ਕਿਹੜਾ ਤੁਹਾਡੇ ਕੋਲ? ਪੰਜਾਬ ਦੇ ਵਿੱਚ ਸਾਡਾ ਚਿਹਰਾ ਬਿਲਕੁਲ ਸਿੰਗਲ ਏਜੰਡਾ ਹੈ। ਭਾਰਤੀ ਜਨਤਾ ਪਾਰਟੀ ਦਾ ਸਿਧਾਂਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਦੀ ਅਗਵਾਈ ਦੇ ਵਿੱਚ, ਉਹਨਾਂ ਦੀ ਰਹਿਨਮਾਈ ਦੇ ਵਿੱਚ। ਚਲੋ ਇਹ ਤਾਂ 24 ਦੀ ਗੱਲ ਹੋ ਗਈ। 27 ਦੇ ਵਿੱਚ ਜਦੋਂ ਚੋਣ ਲੜੋਗੇ ਤੁਸੀਂ, ਹਾਲਾਂਕਿ ਉਦੋਂ ਕੀ ਤਸਵੀਰ ਰਹਿੰਦੀ ਹੈ, ਕੀ ਸਰਕਮਸਟੈਂਸਸ ਹੋਣਗੇ, ਉਹ ਬੜੀ ਦੂਰ ਦੀ ਗੱਲ ਹੈ, ਲੰਬੀ ਚਰਚਾ ਹੈਗੀ ਹੈ। ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਸੀਐਮ ਫੇਸ ਨੂੰ ਰਿਪਰੈਜ਼ੈਂਟ ਕਰਕੇ ਤੁਹਾਡੇ ਵੱਲੋਂ ਚੋਣ ਲੜੀ ਜਾਊਗੀ? ਬਿਲਕੁਲ ਜੀ, ਸੀਐਮ ਫੇਸ ਨੂੰ ਤਾਂ ਕਦੇ ਕਰਕੇ ਲੜੀ ਨਹੀਂ ਜਾਂਦੀ, ਇੱਕ ਗੱਲ। ਦੂਜੀ ਮੈਂ ਦੱਸਾਂ, ਫਿਰ ਇਹ ਤਾਂ ਹੁਣ ਸਿਧਾਂਤ ਤੇ ਚੱਲਣ ਵਾਲੀ ਪਾਰਟੀ ਹੈ ਜੀ। ਜਦੋਂ ਆਪਾਂ ਉਦੋਂ ਬੈਠਾਂਗੇ ਨਾ ਗਗਨ ਜੀ, ਉਦੋਂ ਤੁਸੀਂ ਮੈਨੂੰ ਚਾਹ ਤੇ ਜ਼ਰੂਰ ਸੱਦਿਆ ਜੀ, ਉਦੋਂ ਮੈਂ ਤੁਹਾਨੂੰ 10 ਕੁ ਦਿਨ ਪਹਿਲਾਂ ਦੱਸ ਕੇ ਜ਼ਰੂਰ ਜਾਊਂਗਾ ਵੀ ਫਲਾਣਾ ਹੈ ਜੀ, ਉਦੋਂ ਗੱਲ ਆਪਾਂ ਕਰਾਂਗੇ। ਇਹ ਗੱਲ ਟੂ ਅਰਲੀ ਟੂ ਸੇ ਕਿ ਕੌਣ ਹੋਏਗਾ, ਪਰ ਬਾਕੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਸਿਧਾਂਤ ਤੇ ਮਜ਼ਬੂਤੀ ਨਾਲ ਕੰਮ ਕਰੇਗਾ ਉਹਨੂੰ ਅੱਗੇ ਆਉਣ ਤੋਂ ਕੋਈ ਰੋਕ ਹੀ ਨਹੀਂ ਸਕਦਾ। ਕਿੰਨੀਆਂ ਸੀਟਾਂ ਲੈ ਕੇ ਜਾ ਰਹੇ ਹੋ 24 'ਚ ਤੁਸੀਂ? ਤੁਹਾਡੇ ਸਾਹਮਣੇ ਕਲੀਨ ਸਵੀਪ ਹੋਣਾ ਜੀ। ਲੋਕਾਂ ਨੇ ਤਾਂ ਮਨ ਬਣਾਇਆ ਹੋਇਆ। ਮੈਂ ਤਾਂ ਹੁਣ ਇੱਧਰ ਅੰਮ੍ਰਿਤਸਰ ਵੀ ਜਾਣਾ, ਮੱਥਾ ਟੇਕਣ ਜਾਂਦੇ ਆ, ਗੁਰਦਾਸਪੁਰ ਵੀ ਜਾਣਾ, ਮੈਂ ਉਧਰ ਵੀ ਮਿਲਣ ਵਾਲੇ ਲੋਕ ਹੈਗੇ ਆ। ਤੁਹਾਨੂੰ ਸੀਟ ਤੁਹਾਡੇ ਕੋਲ ਸੀਗੀ, ਹੈਗੇ ਆ, ਇਹ 2 ਸੀਟਾਂ ਸੀਗੀਆਂ ਤੁਹਾਡੇ ਕੋਲ। ਹਾਂ, ਮਤਲਬ ਉਹ ਤਾਂ ਸਾਰੇ ਇੱਧਰ ਮਾਨਸਾ ਵੀ ਤੁਰੇ ਫਿਰਦੇ ਆ ਜੀ ਅਸੀਂ ਤਾਂ, ਤੇ ਫਰੀਦਕੋਟ ਜਾਂ ਸ੍ਰੀ ਮੁਕਤਸਰ ਸਾਹਿਬ, ਸਾਰੇ ਇਲਾਕਿਆਂ 'ਚ ਅਸੀਂ, ਖਡੂਰ ਸਾਹਿਬ, ਸਭ ਪਾਸੇ ਜਾਂਦੇ ਆ। 13 'ਚ ਕਿੰਨੀਆਂ ਸੀਟਾਂ ਹੈ ਜੀ? 13 'ਚ ਕਿੰਨੀਆਂ ਸੀਟਾਂ? ਆ ਤੁਹਾਡੇ ਸਾਹਮਣੇ ਆ ਜਾਣਾ ਜੀ ਰਿਜ਼ਲਟ। ਅਸੀਂ ਸਾਰਾ ਜਿਹੜਾ ਮੈਜੋਰਟੀ ਨਾਲ ਇੱਥੋਂ ਆਵਾਂਗੇ। ਮੈਂ ਇਹ ਕਹਿੰਦਾ ਕਿ 13 ਦੀਆਂ 13 ਸੀਟਾਂ ਲੋਕਾਂ ਨੇ ਸੱਚੀ ਮਿੱਚੀ ਐਤਕੀ ਮਨ ਬਣਾ ਲਿਆ। ਕੱਲਿਆਂ ਕਿ ਆਪਣਾ ਅਕਾਲੀ ਦਲ ਦੇ ਨਾਲ? ਅਕਾਲੀ ਦਲ ਦੇ ਨਾਲ ਵਾਲੀ ਤਾਂ ਗੱਲ ਕੋਈ ਆਈ ਨਹੀਂ ਜੀ ਇੱਥੇ। ਤਾਂ ਅਸੀਂ ਤਾਂ ਕੱਲਿਆਂ ਐਡੀ ਮਜ਼ਬੂਤੀ ਨਾਲ, ਤੁਸੀਂ ਮੈਨੂੰ ਦੱਸੋ ਕਿ ਭਾਜਪਾ ਜਿਹੜੀ ਹੈ ਉਹ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਕਿ ਨਹੀਂ? ਇਹ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਦਾ ਕਰਕੇ ਹੀ ਹੈ। ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਜਿਹੜਾ ਸਿਧਾਂਤ ਹੈ ਉਹਦਾ ਕਰਕੇ ਹੀ ਹੈ ਮਜ਼ਬੂਤ ਹੁੰਦੀ ਜਾ। ਤੇ ਲੋਕਾਂ ਨੂੰ ਇਹ ਗੱਲ ਸਮਝ ਪੈਗੀ ਕਿ ਇਮਾਨਦਾਰ ਪ੍ਰਸ਼ਾਸਨ, ਇਮਾਨਦਾਰ ਤੇ ਮਜ਼ਬੂਤ ਪ੍ਰਸ਼ਾਸਨ ਜੇ ਕੋਈ ਦੇ ਸਕਦਾ ਤਾਂ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਜਿਹੜਾ ਹੈ ਸਿਧਾਂਤ, ਉਹਦੇ ਤੇ ਜਿਹੜਾ ਪਹਿਰਾ ਦੇਣ ਵਾਲੇ ਲੋਕ ਹੈ ਜਿਹੜੇ, ਉਹ ਹੀ ਦੇ ਸਕਦੇ। ਤੇ ਭਾਰਤੀ ਜਨਤਾ ਪਾਰਟੀ ਬੜੀ ਮਜ਼ਬੂਤੀ ਨਾਲ 24 'ਚ ਵੀ ਆਏਗੀ ਤੇ ਉਦੋਂ ਗਾਂਹ ਵਾਲੀ ਜਿਹੜੀ ਹੈ ਇਲੈਕਸ਼ਨ ਵਿਧਾਨ ਸਭਾ ਦੀ, ਉਹਦੇ ਵਿੱਚ ਵੀ ਤੁਹਾਡੇ ਸਾਹਮਣੇ ਆਉਣਾ। ਸਾਹਿਬ ਰਿਜ਼ਲਟ ਜਿਹੜੇ ਹੈਰਾਨਕੁਨ ਰਿਜ਼ਲਟ ਹੈ ਜਿਹੜੇ ਉਹ ਹੋਣੇ ਆ, ਕਿਉਂਕਿ ਲੋਕ ਜਿਹੜੇ ਹੈ ਉਹ ਠੱਗਿਆ ਮਹਿਸੂਸ ਕਰ ਰਹੇ ਹੈ। ਗਿੱਦੜਬਾਹੇ ਦੇ ਵੀ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ।
ਮੈਂ ਤਾਂ ਇਹ ਮਹਿਸੂਸ ਕਰਦਾ ਕਿ ਜਦੋਂ ਉਹਨਾਂ ਦਾ ਜਿਹੜਾ ਜਿਹਨੂੰ ਉਹਨਾਂ ਨੇ ਚੁਣਿਆ ਸੀਗਾ ਉਹ ਸਰ ਸਾਹਿਬ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੀ ਨਹੀਂ ਹੁੰਦਾ, ਉਹ ਉੱਥੇ ਆ ਹੀ ਨਹੀਂ ਰਿਹਾ, ਉਹ ਉੱਥੋਂ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਚੜ੍ਹਤ ਵੇਖ ਕੇ ਉੱਥੋਂ ਘਬਰਾ ਕੇ ਜੀ ਮੁਕਤਸਰ ਸਾਹਿਬ ਵਾਲੇ ਪਾਸੇ ਨੂੰ ਦੌੜ ਗਿਆ। ਤੇ ਫਿਰ ਹੁਣ ਮਤਲਬ ਕਿਉਂਕਿ ਮੌਜੂਦਾ ਪ੍ਰਧਾਨ ਹੈ ਕਾਂਗਰਸ ਦਾ, ਇੱਕ ਵੱਡੀ ਪੋਸਟ ਉਹਨਾਂ ਦੇ ਕੋਲ, ਤਾਂ ਗਿੱਦੜਬਾਹੇ ਵਾਲੇ ਤਾਂ ਸੋਚਦੇ ਹੋਣੇ ਕਿ ਦੇਖੋ ਜੀ ਕਾਂਗਰਸ ਦਾ ਪ੍ਰਧਾਨ ਹੀ ਸਾਡੇ ਹਲਕੇ ਦਾ ਜਿਹੜਾ MLA ਹੈ। ਆਹੋ ਤਾਂ ਉਹ ਸੋਚਤਾ ਰਹੇ ਆ, ਤੇ ਫਿਰ ਹੁਣ ਪ੍ਰਧਾਨ ਜਦੋਂ ਆਪਦੇ ਹਲਕੇ 'ਚ ਹੀ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਤਾਂ ਉਹ ਫਿਰ ਲੋਕਾਂ ਨਾਲ ਕੀ ਵਾਅਦਾ ਕਰੂਗਾ ਜੀ? ਪੰਜਾਬ ਦੇ ਲੋਕਾਂ ਦੇ ਵਿੱਚ ਕੀ ਮੂੰਹ ਲੈ ਕੇ ਜਾਊਗਾ? ਜਿਹੜੇ ਲੋਕਾਂ ਨੇ ਉਹਨੂੰ ਜਿਤਾਇਆ ਔਰ 3 ਵਾਰੀ ਜਿਤਾਇਆ, ਉਹ ਤੇ ਵਿਸ਼ਵਾਸ ਕੀਤਾ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਨਹੀਂ ਆ ਸਕਦਾ ਉਹ। ਤਾਂ ਉਹ ਬਾਹਰ ਜਾ ਕੇ ਕੋਈ ਗੱਲ ਕਰੇ ਇਦਾਂ ਦਾ ਕਿ ਮੈਂ ਆ ਵਾਅਦਾ ਕਰਦਾ ਪੰਜਾਬ ਦੇ ਲੋਕਾਂ ਨਾਲ, ਮੈਂ ਲੋਕਾਂ ਦੇ ਦੁੱਖ ਸੁੱਖ ਚਾਹੂੰਗਾ, ਐਵੇਂ ਮਾਈਕ ਫੜ ਕੇ ਲੋਕਾਂ ਦੇ ਵਿੱਚ ਬਹਿ ਕੇ ਫੋਟੋ ਖਿਚਾਉਣ ਵਾਲੇ ਲੋਕਾਂ ਨੂੰ ਜਿਹੜਾ ਹੈ ਉਹ ਲੋਕ ਸਮਝਦੇ ਆ। ਹੁਣ ਕਹਿੰਦੇ ਪ੍ਰਧਾਨ ਜੀ ਤਾਂ ਸਟੇਜ ਤੇ ਵੀ ਨਹੀਂ ਬਹਿੰਦੇ, ਨਾਲ ਨੀਚੇ ਵਰਕਰਾਂ ਦੇ ਬਹਿ ਕੇ ਕੰਮ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗੱਲ ਕਰਤੀ ਨਾ ਜੀ, ਇਹ ਜਿਹੜੀਆਂ ਗੱਲਾਂ ਹੈਗੀਆਂ ਲੋਕ ਬੱਕਰੀਆਂ ਚੋਣ ਨੂੰ ਤੇ ਇਹਨਾਂ ਜਿਹੜੀਆਂ ਗੱਲਾਂ ਹੈਗੀਆਂ ਨਾ ਉਹਨਾਂ ਨੂੰ ਲੋਕ ਤਿਆਗ ਚੁੱਕੇ ਆ। ਲੋਕ ਕਹਿੰਦੇ ਆ ਕਿ ਸਾਨੂੰ ਇਮਾਨਦਾਰ ਪ੍ਰਸ਼ਾਸਨ ਦਿਓ, ਸਾਨੂੰ ਇੱਕ ਮਜ਼ਬੂਤ ਪ੍ਰਸ਼ਾਸਨ ਦਿਓ ਜਿਹੜਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਵਾਸਤੇ, ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਾਸਤੇ ਜਿਹੜਾ ਉਹ ਆਪਣੇ ਕਦਮ ਚੱਕੇ। ਜਿਹੜੇ CM ਨੇ ਵੀ ਬਿਆਨ ਦਿੱਤਾ, ਕਹਿੰਦੇ ਕਿ ਜਾਂ ਰਾਜਸਥਾਨ ਦੀਆਂ ਨਾ ਗੱਲਾਂ ਕਰੋ, ਜਿਹੜੀ ਬੱਸਾਂ ਦੀ ਬਾੜੀਆਂ ਲਵਾਈਆਂ ਕਹਿੰਦੇ ਉਹਦੀ ਵੀ ਜਾਂਚ ਕਰਾਂਗੇ। ਉਹ ਤਾਂ ਫਿਰ ਚੀਫ ਮਿਨਿਸਟਰ ਸਾਹਿਬ ਦੇ ਅਧਿਕਾਰ ਖੇਤਰ 'ਚ ਹੈ ਜੀ, ਉਹ ਤਾਂ ਜਾਂਚ ਫਿਰ ਉਹਨਾਂ ਨੇ ਕਰਾਉਣੀ ਆ। ਉਹਨਾਂ ਨੂੰ ਜਾਂਚ ਦੇ ਆਦੇਸ਼ ਜਿਹੜੇ ਆ ਉਹ ਐਲਾਨ ਕਰਨ ਦੀ ਬਜਾਏ ਜਾਂਚ ਦੇ ਆਦੇਸ਼ ਦੇਣੇ ਚਾਹੀਦੇ ਆ। ਤੇ ਉਹ ਜਿਹੜੇ ਹੈ ਉਹ ਸ਼ਬਦੀ ਵਾਰ ਛੱਡ ਕੇ ਰਾਜਾ ਵੜਿੰਗ ਤੇ ਜਿਨ੍ਹਾਂ ਤੇ ਦੋਸ਼ ਲੱਗਦੇ ਆ ਉਹਨਾਂ ਨੂੰ ਵੀ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਜਾਂਚ ਦੇ ਵਿੱਚ। ਉਹਨਾਂ ਨੂੰ ਉਹ ਕਹਿਣ ਕਿ ਜੇ ਮਤਲਬ ਕੁਝ ਹੋਇਆ ਤਾਂ ਉਹਦੀ ਜਾਂਚ ਕਰਵਾਓ ਜੀ, ਉਹਦੀ ਪੜਤਾਲ। ਮੁੱਖ ਮੰਤਰੀ ਸਾਹਿਬ ਨੂੰ ਇਹ ਬਿਆਨ ਹੈ ਜਿਹੜਾ ਉਹਨੂੰ ਮੈਨੂੰ ਲੱਗਦਾ ਦੁਬਾਰਾ ਸੋਚਣ ਦੀ ਲੋੜ ਹੈ। ਉਹ ਬਿਆਨ ਦੇਣ ਦੀ ਬਜਾਏ ਉਹ ਜਾਂਚ ਦੇ ਆਰਡਰ ਕਰਨ ਜੀ। ਉਹਨਾਂ ਨੇ ਕਿਹਾ ਸੀਗਾ ਕਿ ਡੇ 1 ਤੋਂ ਅਸੀਂ ਜਿਹੜੀ ਹੈ ਉਹ ਇਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਕੋਈ ਕੀਤਾ। ਜੇ ਉਹ ਚੀਫ ਮਿਨਿਸਟਰ ਹੈ, ਉਹ ਐਡੀ ਵੱਡੀ ਪੋਸਟ ਤੇ, ਉਹਨਾਂ ਨੂੰ ਪੰਜਾਬ ਦਾ ਸਾਰਾ ਪਤਾ ਹੈ, ਜੇ ਉਹਨਾਂ ਨੂੰ ਪਤਾ ਹੈ ਤੇ ਉਹਨਾਂ ਨੇ ਇਹ ਜਿਹੜਾ ਹੈ ਉਹ ਉਹਨਾਂ ਨੂੰ ਪਤਾ ਹੈ ਵੀ ਗੜਬੜ ਕਿਤੇ ਹੋਈ ਹੈ ਬੱਸਾਂ ਦੇ, ਫਿਰ ਉਹ ਜਾਂਚ ਦੇ ਆਦੇਸ਼ ਕਿਉਂ ਨਹੀਂ ਦਿੰਦੇ? ਉਹ ਸਿੱਟ ਗੱਠਤ ਕਿਉਂ ਨਹੀਂ ਕਰਦੇ? ਲੋਕਾਂ ਦੇ ਜਿਹੜੇ ਮਨਰੇਗਾ ਦਾ ਰੌਲਾ ਪੈ ਰਿਹਾ ਹੈ ਕਿ ਇੰਨੇ ਪੈਸੇ ਗਬਨ ਹੋਏ ਹੈ, ਆਹ ਕੁਝ ਸਾਰਾ ਕੁਝ ਹੋਇਆ, ਉੱਥੇ ਇੱਟਾਂ ਦਾ ਰੌਲਾ ਪੈ ਰਿਹਾ, ਸੀਮਿੰਟ ਦਾ ਰੌਲਾ ਪੈ ਰਿਹਾ, ਫਿਰ ਇਹ ਬਿਆਨਬਾਜ਼ੀ ਮੇਰਾ ਮਤਲਬ ਕਿਉਂ ਉੱਥੇ ਕਰ ਰਹੇ ਹੈ? ਇਹਨਾਂ ਨੂੰ ਤਾਂ ਜਾਂਚ ਦੇ ਆਦੇਸ਼ ਦੇਣੇ ਚਾਹੀਦੇ। ਇੱਕ ਹੋਰ ਵੀ ਮੈਂ ਇੱਥੇ ਗੱਲ ਕੋਟ ਕਰਾਂ ਕਿ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਵੱਲੋਂ, ਉਹ ਵੀ ਕਹਿ ਰਹੇ ਹੈ ਕਿ ਜੀ ਇਹ ਪ੍ਰੈਸ ਦੇ ਵਿੱਚ ਕਿ ਇਹਨਾਂ ਦੀ ਜੀ ਜਾਂਚ ਹੋਣੀ ਚਾਹੀਦੀ। ਹੁਣ ਉਹ ਜਿਹੜੀ ਪਾਰਟੀ ਦਾ ਸਰਕਾਰ ਹੈ ਉਹ ਪ੍ਰੈਸ ਦੇ ਵਿੱਚ ਕਹਿਣ ਕਿ ਜਾਂਚ ਹੋਣੀ ਚਾਹੀਦੀ, ਭਾਈ ਕਰਵਾਉਣੀ ਕਿਹਨੇ ਹੈ? ਉਹਨਾਂ ਦਾ ਇਹ ਅਧਿਕਾਰ ਖੇਤਰ ਕਿਹਦਾ? ਹੁਣ ਅਸੀਂ ਤਾਂ ਜਾਂਚ ਕਰਵਾਉਣੀ ਨਹੀਂ ਹੈਗੀ। ਉਹ ਇੱਥੇ ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਹੈ ਜਿਹੜੇ, ਉਹਨਾਂ ਨੂੰ ਜਿਹੜਾ ਹੈ ਉਹ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ, ਬਿਆਨ ਨਹੀਂ ਦੇਣੇ ਚਾਹੀਦੇ। ਮੈਨੂੰ ਤਾਂ ਇਹ ਮਹਿਸੂਸ ਹੁੰਦਾ, ਬਾਕੀ ਉਹ ਸਿਆਣੇ ਨੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਗਗਨ ਜੀ, ਥੈਂਕ ਯੂ ਸੋ ਮਚ ਆਉਣ ਦੇ ਲਈ। ਤਾਂ ਗੱਲਾਂ ਹੋਈਆਂ ਨੇ ਭਾਜਪਾ ਨੂੰ ਲੈ ਕੇ, ਭਾਜਪਾ ਦੀ ਕਿਸ ਤਰੀਕੇ ਦੀ ਤਸਵੀਰ ਸਾਲ 2024 ਦੀਆਂ ਲੋਕ ਸਭਾ ਚੋਣਾਂ 'ਚ ਰਹੂਗੀ। ਤਾਂ ਉੱਥੇ ਹੀ ਕਹਿ ਰਹੇ ਨੇ ਕਿ ਭਾਜਪਾ ਪਿੰਡਾਂ ਦੇ ਲੋਕਾਂ ਦੇ ਵਿੱਚ ਵਸ ਚੁੱਕੀ ਹੈ ਔਰ ਲੋਕ ਕਹਿੰਦੇ ਬੜੀ ਬੇਸਬਰੀ ਨਾਲ ਸਾਡਾ ਇੰਤਜ਼ਾਰ ਕਰ ਰਹੇ ਨੇ ਕਿ ਤੁਸੀਂ ਆਓ ਔਰ ਸਾਨੂੰ ਇੱਕ ਚੰਗੀ ਇਮਾਨਦਾਰ ਸਰਕਾਰ ਦਿਓ, ਇੱਕ ਚੰਗਾ ਪ੍ਰਸ਼ਾਸਨ ਦਿਓ। ਹੁਣ ਦੇਖਣਾ ਹੋਊਗਾ ਕਿ 24 ਤੋਂ ਪਹਿਲਾਂ ਜਿਸ ਤਰੀਕੇ ਨਾਲ ਸਿਆਸੀ ਜੋ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਉਸ ਦੇ ਵਿੱਚ ਭਾਜਪਾ ਕਿੰਨਾ ਕੁ ਲੋਕਾਂ ਦੇ ਦਿਲਾਂ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਰਾਜ ਕਰ ਪਾਊਗੀ।